ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟਾ ਏਕ ਓੰਕਾਰ ਸਤਿਗੁਰ ਪ੍ਰਸਾਦਿ। ਸੈਦਾ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰ। ਤਿਸ ਆਗਰ ਰਸ ਹਮਾਰੀ, ਸਾਚਾ ਅਪਰਿਪਾਰੋ। ਸੈਦਾ ਸਭਾ ਕਰ ਆਸਨ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੈਦਾ ਗੋਸ਼ਟਾ, ਸਿੱਧ ਗੋਸ਼ਟਨਾਮੇ ਗੁਰਬਾਣੀ ਉਚਾਰਨ ਕਰ ਰਹੇ ਹਨ, ਜਿਸ ਦੀ ਉਥਾਨਕਾ ਇੰਜ ਹੈ। ਜਿਸ ਵਕਤ ਸਤਿਗੁਰੂ ਜੀ ਨੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰ ਕੇ ਅਨੇਕਾਂ ਹੀ ਕਲਯੁਗੀ ਜੀਵਨ ਦਾ ਉਧਾਰ ਕੀਤਾ, ਤੇ ਸਤਿਗੁਰੂ ਜੀ ਨੇ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਵਸਾਇਆ ਸੀ। ਤਦ ਇੱਥੇ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਤਾਰ ਰਹੇ ਸਨ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਗੁਰਾਂ ਦੀ ਸ਼ਰਨ ਵਿੱਚ ਆ ਗਏ ਸੀ, ਅਤੇ ਭਾਈ ਲਹਿਣਾ ਜੀ ਵੀ ਸਤਿਗੁਰਾਂ ਦੀ ਸੇਵਾ ਵਿੱਚ ਆ ਕੇ ਲੱਗ ਗਏ ਸਨ। ਇੱਕ ਦਿਨ ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਸਿੱਧਾ ਨਾਲ ਬਹੁਤ ਸਾਰੀ ਚਰਚਾ ਸੁਮੇਰ ਪਰਬਤ ਤੇ ਅਚਲ ਬਟਾਲੀ ਹੋਈ ਹੈ। ਉਸ ਚਰਚਾ ਵਿੱਚ ਜਿੰਨੇ ਸਿੱਧਾਂ ਨਾਲ ਵਿਚਾਰ ਕਰਦਿਆਂ ਬਚਨ ਬੁਲਾਸ ਹੋਏ ਨੇ, ਆਪ ਜੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ, ਤਾਂ ਜੋ ਅਸੀਂ ਵੀ ਤੇ ਹੋਰ ਸੰਗਤਾਂ ਵੀ ਨਿਹਾਲ ਹੋ ਜਾਣ। ਤਾਂ ਸਤਿਗੁਰੂ ਜੀ ਨੇ ਜੋ ਸੁਮੇਰ ਪਰਬਤ ਦੀ ਵਾਰਤਾ ਹੋਈ ਉਹ ਕਹਿ ਸੁਣਾਈ ਕਿ ਜਦੋਂ ਅਸੀਂ ਸੁਮੇਰ ਪਰਬਤ 'ਤੇ ਪਹੁੰਚੇ ਤਾਂ ਉੱਥੇ ਸਿੱਧ ਪੁਰਖ ਬੈਠੇ ਸਨ। ਉਹਨਾਂ ਨੇ ਸਾਨੂੰ ਵੇਖ ਕੇ ਸਾਡੇ ਨਾਲ ਬਚਨ ਬਲਾਸ ਕਰਨੇ ਸ਼ੁਰੂ ਕਰ ਦਿੱਤੇ। ਜੋ ਬਚਨ ਪ੍ਰਸ਼ਨ ਰੂਪਤਾ ਦੇ ਵਿੱਚ ਉਹਨਾਂ ਨੇ ਕਹੇ, ਉਹ ਅਸੀਂ ਸਿੱਧ ਗੋਸ਼ਟਨਾਮੇ ਬਾਣੀ ਵਿੱਚ ਦਰਜ ਕਰ ਦਿੱਤੇ ਹਨ। ਇਹ ਗੱਲ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਲਹਿਣਾ ਜੀ ਕਹਿਣ ਲੱਗੇ ਕਿ ਉਹ ਪ੍ਰਸ਼ਨ ਉੱਤਰ ਜੋ ਸੁਮੇਰ ਪਰਬਤ 'ਤੇ ਸਿੱਧਾਂ ਨਾਲ ਆਪ ਜੀ ਨੇ ਕੀਤੇ ਨੇ ਉਹੀ ਸਾਨੂੰ ਸੁਣਾਓ।
ਤਦ ਸਤਿਗੁਰੂ ਜੀ ਨੇ ਰਾਮਕਲੀ ਰਾਗਣੀ ਵਿੱਚ ਜੋ ਸਿੱਧਾਨੰਦ ਪ੍ਰਸ਼ਨੋਤਰ ਹੋਏ ਉਸੇ ਪ੍ਰਕਾਰ ਆਪਣੇ ਪਾਵਨ ਮੁਖਾਰ ਬਿਆਨ ਤੋਂ ਬਾਣੀ ਵਿੱਚ ਗੁੰਥਨ ਕਰਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ ਅਤੇ ਹੋਰਨਾਂ ਸਿੱਖਾਂ ਨੂੰ ਸੁਣਾਉਣਾ ਕੀਤੇ। ਸਿੱਧ ਗੋਸ਼ਟ ਪਦ ਦੇ ਅਰਥ ਸੰਸਕ੍ਰਿਤ ਦੇ ਵਿੱਚ ਸਿੱਧਤ ਲਫ਼ਜ਼ ਖਿੱਦ ਧਾਤੂ ਤੋਂ ਬਣਦਾ ਹੈ, ਜਿਸ ਦੀ ਅਰਥ ਨੇ ਸਿਰੇ ਚਾੜਨਾ। ਇਹ ਸਿੱਧ ਲਫ਼ਜ਼ ਦੇ 34 ਦੇ ਕਰੀਬ ਅਰਥ ਬਣਦੇ ਨੇ, ਜਿਨ੍ਹਾਂ ਵਿੱਚ ਕੋਈ ਨਾ ਕੋਈ ਭਾਵ ਸਿਰੇ ਚੜ੍ਹਨ ਦਾ ਝਲਕਾ ਦਿੰਦਾ ਰਹਿੰਦਾ ਹੈ। ਇਹਨਾਂ ਅਰਥਾਂ ਵਿੱਚੋਂ ਇੱਕ ਅਰਥ ਇਹ ਹੈ ਕਿ ਸਿੱਧ ਉਹ ਪੁਰਖ ਹੈ ਜਿਸ ਨੇ ਕਈ ਤਰ੍ਹਾਂ ਦੇ ਤਪ ਅਤੇ ਸਾਧਨ ਕਰਕੇ ਰਿੱਧੀਆਂ ਸਿੱਧੀਆਂ ਆਦਿ ਕਰਾਮਾਤਾਂ ਦੀ ਸ਼ਕਤੀ ਪੈਦਾ ਕਰ ਲਈ ਹੋਵੇ। ਪੰਜਾਬ ਦੇ ਵਿੱਚ ਗੋਰਖ ਵਾਲਾ ਯੋਗ ਮਤ ਬਹੁਤ ਪ੍ਰਧਾਨ ਰਿਹਾ ਹੈ। ਇਸ ਮਤ ਦੇ ਪੈਰੋਕਾਰ ਅਨੇਕ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਆਗੂ ਹੋ ਕੇ ਰਹਿੰਦੇ ਸਨ। ਇਹਨਾਂ ਨੂੰ ਸਿੱਧ ਆਖਦੇ ਸਨ। ਅੱਜ ਕੱਲ੍ਹ ਵੀ ਕਦੇ ਕਦੇ ਕਈ ਸਾਧੂ ਸਿੱਧ ਨਾਮ ਤੋਂ ਪ੍ਰਸਿੱਧ ਹਨ। ਜਿਵੇਂ ਸਾਡੇ ਪਿੰਡ ਦੇ ਵਿੱਚ ਹੀ ਸਿੱਧ ਬਾਬਾ ਗੋਪਾਲ ਦਾਸ ਜੀ, ਉਹਨਾਂ ਨੂੰ ਵੀ ਸਿੱਧ ਅੱਖਰ ਲੱਗਦਾ ਹੈ, ਕਿਉਂਕਿ ਉਹ ਸਾਰੀ ਉਮਰ ਬੇਹੰਗਮ ਰਹੇ ਨੇ ਤੇ ਜਪ ਤਪ ਕਰਦੇ ਰਹੇ। ਇਉਂ ਭਾਵੇਂ ਉਹ ਕਿਸੇ ਵੀ ਮਤ ਦੇ ਹੋਣ, ਜਿਹੜਾ ਸਾਧਨਾ ਕਰੇ ਸੋ ਸਿੱਧ ਹੈ। ਇਹਨਾਂ ਦੀ ਬਾਬਤ ਅਣਜਾਣ ਲੋਕਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਮਨ ਦੇ ਅੰਦਰ ਦੀ ਗੱਲ ਬੁੱਝ ਲੈਂਦੇ ਨੇ, ਕਰਾਮਾਤ ਕਰ ਲੈਂਦੇ ਨੇ, ਭੁੱਖ ਪਿਆਸ ਉੱਤੇ ਫਤਿਹ ਪਾ ਲੈਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਧ ਗੋਰਖ ਮਤ ਦੇ ਆਚਾਰੀਆਂ ਨੂੰ ਹੀ ਆਖਿਆ ਹੈ। ਇਹਨਾਂ ਤੋਂ ਛੁੱਟ ਹੋਰਨਾਂ ਅਰਥਾਂ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਧ ਸ਼ਬਦ ਵਰਤੇ ਹੈ, ਜਿਨ੍ਹਾਂ ਦੀ ਇੱਥੇ ਲੋੜ ਨਹੀਂ ਹੈ। ਜੋ ਨਾਟਕਾਂ ਝਿੜਕਾਂ ਵਾਲੇ ਸਨ ਗੋਰਖ ਮਤ ਦੇ ਆਚਾर्य ਸੋ ਸਿੱਧ ਹੁੰਦੇ, ਜਿਵੇਂ ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਭਾਉ, ਮਤ ਦੇਖ ਭੂਲਾ ਵਿਸਰ, ਤੇਰਾ ਚੇਤਨ ਆਇਓ ਨਾਉ। ਗੋਸ਼ਟ ਦਾ ਅਰਥ ਹੈ, ਇਹ ਵੀ ਸੰਸਕ੍ਰਿਤ ਦਾ ਲਫ਼ਜ਼ ਹੈ। ਗੋਸ਼ਟ ਦਾ ਭਾਵ ਹੈ ਇਕੱਤਰ ਹੋਣ ਦੀ ਥਾਂ, ਅਤੇ ਇਸੇ ਤੋਂ ਅਰਥ ਬਣਦੇ ਨੇ ਇਕੱਤਰਤਾ, ਸਮਾਗਮ, ਬਾਤਚੀਤ, ਚਰਚਾ ਤੇ ਵਿਚਾਰ, ਭਾਵ ਵਿਚਾਰ ਵਟਾਂਦਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਪਦ ਸੱਚ ਦੇ ਨਿਰਣੇ ਪ੍ਰਥਾਏ ਜੋ ਚਰਚਾ ਹੋਵੇ ਉਸ ਅਰਥ ਨੂੰ ਦੱਸਣ ਲਈ ਵਰਤਿਆ। ਸੋ ਸਿੱਧ ਗੋਸ਼ਟ ਦਾ ਅਰਥ ਹੋਇਆ ਕਿ ਉਹ ਚਰਚਾ ਜੋ ਸਿੱਧਾਂ ਦੇ ਨਾਲ ਹੋਈ। ਸਿੱਧ ਜੋ ਮੁਕਤ ਪੁਰਖਾਂ ਨਾਲ ਗੋਸ਼ਟ ਚਰਚਾ ਹੋਈ, ਇਸੇ ਕਰਕੇ ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਹੈ। ਜਾਂ ਜੋ ਸਿੱਧ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪ੍ਰੇਮੀ ਸਨ, ਉਹਨਾਂ ਨੂੰ ਗੋ ਇਸ਼ਟ ਪਿਆਰੀ ਗੋ ਬਾਣੀ ਨਾਲ ਪ੍ਰਸ਼ਨਾਂ ਦੇ ਉੱਤਰ ਦੇਣੇ, ਇਹਦਾ ਨਾਮ ਹੈ ਸਿੱਧ ਗੋਸ਼ਟ। ਸਿੱਧ ਗੋਸ਼ਟ ਕੈਸੀ ਰਚਨਾ ਹੈ? ਰਸੀਏ ਕਵੀ ਕਈ ਵਾਰ ਇੱਕ ਰਚਨਾ ਆਪਣੇ ਮਨ ਦੇ ਰਸ ਭਰੇ ਉਛਾਲਿਆਂ ਵਿੱਚ ਲਿਖਿਆ ਕਰਦੇ ਨੇ। ਸਿੱਧ ਗੋਸ਼ਟ ਵੀ ਇਸ ਤਰ੍ਹਾਂ ਦੀ ਰਚੀ ਗਈ ਬਾਣੀ ਨਹੀਂ ਹੈ। ਇਹ ਪਰਸਪਰ ਚਰਚਾ ਹੋਈ ਹੈ ਤੇ ਉਸੇ ਪਰ ਕਿਸੇ ਰਸ ਆਰੂੜ ਅਵਸਥਾ ਵਿੱਚ ਲਿਖੀ ਗਈ ਬਾਣੀ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਗਿਆਨ ਜੋ ਉਹਨਾਂ ਨੂੰ ਪਾਰਬੰਦ ਦੇ ਵਿੱਚ ਅਗਮ ਦੀ ਗਮਤਾ ਹੋਣ ਕਰਕੇ ਪ੍ਰਾਪਤ ਸੀ, ਸਿੱਧਾਂ ਦੀਆਂ ਪ੍ਰਸ਼ਨੋਤਰੀਆਂ ਵੇਲੇ ਪ੍ਰਕਾਸ਼ ਕੀਤਾ ਹੈ। ਸਿੱਧ ਲੋਕ ਗੋਰਖ ਮਤ ਦੇ ਜੋਗੀ ਸਨ, ਕਿਉਂਕਿ ਭਾਈ ਗੁਰਦਾਸ ਜੀ ਸਾਖੀ ਦਾ ਜ਼ਿਕਰ ਕਰਦੇ ਹੋਏ ਇਹਨਾਂ ਸਿੱਧਾਂ ਵਾਸਤੇ ਜੋਗੀਸ਼ਰ ਲਫ਼ਜ਼ ਵਰਤਦੇ ਹਨ ਅਤੇ ਸਾਰੀ ਪੌੜੀ ਵਿੱਚ ਦੱਸਦੇ ਨੇ ਕਿ ਸਿੱਧਾਂ ਨੇ
ਜੰਤਰ ਮੰਤਰ ਕਰਕੇ ਕਈ ਝਟਕ ਦਿਖਾਏ, ਜਿਸ ਤੋਂ ਸਪਸ਼ਟ ਹੋ ਗਿਆ ਕਿ ਸਿੱਧ ਜੋਗੀ ਸਨ ਅਤੇ ਜੋਗੀ ਗੋਰਖ ਦੇ ਜੋਗ ਮਤ ਵਾਲੇ ਸਨ। ਸੋ ਇਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਰੱਬ ਪ੍ਰਾਪਤੀ ਦਾ ਆਦਰਸ਼ ਗਿਰ ਚੁੱਕਾ ਸੀ, ਔਰ ਜੋ ਮਜ਼ਹਬ ਨੂੰ ਕੇਵਲ ਤੰਤਰ ਮੰਤਰ ਦੀਆਂ ਸ਼ਕਤੀਆਂ ਤੇ ਸ਼ੋਭਾ ਬਾਜ਼ੀਆਂ ਦੀ ਕਾਮਯਾਬੀ ਨਾਲ ਮਿਲਦੇ ਸਨ, ਉਹਨਾਂ ਦੇ ਚਰਚਾ ਕਰਨ ਵੇਲੇ ਸਤਿਗੁਰੂ ਜੀ ਨੇ ਤਤ ਗਿਆਨ ਉਹਨਾਂ ਸਿੱਧਾਂ ਨੂੰ ਦਿੱਤਾ ਹੈ। ਜੋ ਸਤਿਗੁਰੂ ਜੀ ਨੇ ਵਿਚਾਰ ਚਰਚਾ ਅਨੁਸਾਰ ਗਿਆਨ ਸਿੱਧਾਂ ਨੂੰ ਦਿੱਤਾ ਹੈ, ਉਸ ਬਾਰੇ ਜੋਗ ਮਾਤੇ ਉਪਾਸ਼ਕਾਂ ਦੀ ਕਲਿਆਣ ਵਾਸਤੇ ਅਤੀ ਜ਼ਰੂਰੀ ਸੀ। ਉਹ ਸਾਰੇ ਯੋਗ ਮਤ ਦੇ ਉਪਾਸ਼ਕਾਂ ਦੀ ਕਲਿਆਣ ਵਾਸਤੇ ਅਤੀ ਜ਼ਰੂਰੀ ਸੀ। ਇਸੇ ਕਰਕੇ ਇਹ ਚਰਚਾ ਮਹਾਰਾਜ ਨੇ ਕਲਮ ਬੰਦ ਕੀਤੀ, ਸਤਿਗੁਰੂ ਜੀ ਨੇ ਆਪ ਕੀਤੀ। ਜਾਂ ਜੋ ਅਜਿੱਤਨਾਮੇ ਸਿੱਖ ਗੁਰੂ ਜੀ ਦੇ ਨਾਲ ਸੀ, ਉਸ ਤੋਂ ਹੋਰਾਂ ਨੇ ਲਿਖਵਾਈ, ਜਾਂ ਉਹਨੇ ਲਿਖਣਾ ਕੀਤੇ ਜਾਂ ਕਿਸੇ ਹੋਰ ਨੇ ਲਿਖਣਾ ਕੀਤੇ, ਇਹਦਾ ਪਤਾ ਨਹੀਂ ਹੈ। ਪਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਮਕਲੀ ਰਾਗ ਦੇ ਅੰਦਰ ਅੰਕਿਤ ਕੀਤੀ ਹੈ ਅਤੇ ਉੱਤੇ ਮਹੱਲਾ ਪਹਿਲਾ ਲਿਖਿਆ ਹੈ, ਜਿਸ ਤੋਂ ਇਹ ਨਿਰਸੰਸ਼ੇ ਹੈ ਕਿ ਰਚਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਆਪਣੀ ਹੈ। ਸਿੱਧ ਗੋਸ਼ਟ ਬਾਣੀ ਦਾ ਸੰਗੀਤਕ ਪੱਖ ਵੀ ਹੈ। ਸਤਿਗੁਰੂ ਜੀ ਨੇ ਇਹ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤੀ ਹੈ, ਕਿਉਂਕਿ ਰਾਮਕਲੀ ਰਾਗ ਸਿੱਧਾਂ ਨੂੰ ਬਹੁਤ ਪਿਆਰਾ ਹੁੰਦਾ ਸੀ। ਇਹ ਬਾਣੀ ਇਸ ਲਈ ਇਸ ਰਾਗ ਦੇ ਵਿੱਚ ਗਾਈ ਗਈ ਹੈ ਤੇ ਗਾਉਣ ਲਈ ਰਚੀ ਗਈ ਸ਼ਾਇਦ ਜਾਪਦੀ ਹੈ। ਸਿੱਧਾਂ ਦੀ ਜੋ ਵੀ ਚਰਚਾ ਹੈ ਉਹ ਸਾਰੀ ਦੀ ਸਾਰੀ ਰਾਮਕਲੀ ਰਾਗ ਦੇ ਵਿੱਚ ਹੀ ਆਉਂਦੀ ਹੈ। ਰਾਗ ਦੇ ਕਈ ਮਤ ਨੇ, ਉਹਨਾਂ ਅਨੁਸਾਰ ਰਾਮਕਲੀ ਭਾਰਜਾ ਹੈ, ਜਿਹਾ ਕਿ ਭਾਰਤ ਮਤ ਅਨੁਸਾਰ ਹਿੰਡੋਲ ਦੀ ਰਾਗਨੀ ਹੈ। ਹਨੂਮਾਨ ਮਤ ਦੇ ਵਿੱਚ ਸ੍ਰੀ ਰਾਗ ਦੀ ਰਾਗਨੀ ਹੈ। ਪਰਵ ਵਿਭਾਸ ਤੇ ਹਿੰਡੋਲ ਦਾ ਮੇਲ ਸ੍ਰੀ ਰਾਗ ਦੀ ਛਾਇਆ ਹੈ। ਕਾਨੂੰਨੇ ਮੌਸੀਕੀ ਵਿੱਚ ਦੱਸੇ ਹਨੂਮੰਤ ਮਤ ਅਨੁਸਾਰ ਹਿੰਡੋਲ ਦੀ ਰਾਗਨੀ ਹੈ। ਰਾਗਰਣਮ ਦੇ ਮਤ ਦੇ ਵਿੱਚ ਪੰਚਮ ਦੀ ਰਾਗਨੀ ਹੈ। ਲਲਿਤ ਭੇਵਾ ਭੀਮ ਪਲਾਸੀ ਦਾ ਮੇਲ ਹੈ। ਸਿੱਧ ਸਾਰਸਵਤ ਮਤ ਨੇ ਵੀ ਹਿੰਡੋਲ ਦੀ ਰਾਗਨੀ ਮੰਨਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀਤ ਪਰ ਜੋ ਖੋਜ ਸੱਚਖੰਡ ਵਾਸੀ ਡਾਕਟਰ ਚਰਨ ਸਿੰਘ ਜੀ ਨੇ ਕੀਤੀ ਹੈ, ਉਹ ਰਾਮਕਲੀ ਨੂੰ ਭਿੰਨ ਰਾਗਨੀ ਦੱਸਦੇ ਨੇ। ਸੰਕਾਰ ਸੰਕਰਾਪਨ ਅਡਨ ਸੋਰਠ ਮਿਲੇ ਤੋਂ ਬਣਦੀ ਲਿਖਦੇ ਨੇ। ਰਾਮਕਰੀ ਤੇ ਰਾਮਕਲੀ ਇੱਕੋ ਗੱਲ ਹੈ, ਪਰ ਰਾਮਗਰੀ ਹੋਰ ਰਾਗਨੀ ਹੈ ਜੋ ਇਸ ਤੋਂ ਭਿੰਨ ਹੈ। ਰਾਮਕਲੀ ਦੱਖਣੀ ਕੇਵਲ ਗੁਰਮਤਿ ਸੰਗੀਤ ਵਿੱਚ, ਹੋਰਨਾਂ ਮਤਾਂ ਵਿੱਚ ਨਹੀਂ। ਸਾਡੇ ਰਬਾਬੀ ਰਾਗੀ ਸਿੰਘ ਰਾਮਕਲੀ ਨੂੰ ਕੁਝ ਇਸ ਤਰ੍ਹਾਂ ਗਾਉਂਦੇ ਨੇ। ਸਾ ਮਾ ਪਾ ਮਾਂ ਧਾ ਸਾ ਨੀ ਸਾ ਪਾ ਮਾਂਗਾ ਰੇ ਸਾ ਸਾ ਪਾ ਮਾ ਪਾ ਮਾਂਗਾ ਰੇ ਸਾ ਸਾ ਰੇ ਗਾ ਮਾ ਪਾ। ਸੋ ਮਾਂ ਪਾ ਨੀ ਧਾ ਪਾ ਸਾਰੇ ਸਾ ਗਾ ਰੇ ਸਾ ਗਾ ਮਾ ਪਾ। ਗਾਉਣ ਦਾ ਵਕਤ ਅੰਮ੍ਰਿਤ ਵੇਲਾ ਰੱਖਦੇ ਨੇ ਅਤੇ ਕਈ ਵਾਰ ਆਸਾ ਵਿੱਚ ਰਾਮਕਲੀ ਦੀ ਆਸ਼ ਮੇਲ ਲੈਂਦੇ ਹਨ। ਇੰਜ ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਿੱਧ ਗੋਸ਼ਟਨਾਮੇ ਗੁਰਬਾਣੀ ਉਚਾਰਨ ਕਰ ਰਹੇ ਹਨ। ਏਕ ਓੰਕਾਰ। ਸੋ ਪਹਿਲਾਂ ਵਸਤੂ ਨਿਰਦੇਸ਼ ਮੰਗਲ ਕਰਦੇ ਨੇ। ਇੱਕ ਅਦੁੱਤੀ ਪਰਮੇਸ਼ਰ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ।
ਅਤੇ ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਭਾਈ, ਜਦ ਅਸੀਂ ਸਮੇਰ ਪਰਬਤ ਤੇ ਗਏ ਤਾਂ ਸਾਰੇ ਸਿੱਧਾਂ ਨੂੰ ਆਪੋ ਆਪਣੇ ਮਾਣ ਸਤਿਕਾਰ ਦੀ ਪੈ ਗਈ ਕਿ ਪਹਿਲਾਂ ਨਾਨਕ ਤਪਾ ਜੀ ਮੇਰੇ ਚਰਨੀ ਪੈਣ, ਦੂਸਰੇ ਦਾ ਖਿਆਲ ਕਿ ਮੇਰੇ ਚਰਨੀ ਪੈਣ, ਕੋਈ ਮਿਰਗਾਨ ਵਿਛਾ ਕੇ, ਕੋਈ ਸ਼ੇਰ ਦੀ ਖਲ ਦਾ ਆਸਨ ਵਿਛਾ ਕੇ ਬੈਠ ਗਿਆ। ਇਉਂ ਗੋਰਖਨਾਥ ਸਮੇਤ ਸਾਰੇ ਸਿੱਧਾਂ ਦੀ ਸਭਾ ਲੱਗ ਗਈ। ਜਦ ਅਸੀਂ ਕੋਲ ਗਏ ਤਾਂ ਉਸ ਵਕਤ ਸਿੱਧ ਸਭਾ ਕਰ ਆਸਨ ਬੈਠੇ, ਸਾਰੇ ਸਿੱਧ ਸਮੇਰ ਪਰਬਤ ਤੇ ਸਭਾ ਦੇ ਵਿੱਚ ਆਪ ਆਪਣੇ ਆਸਨ ਲਾ ਕਰਕੇ ਬੈਠ ਗਏ। ਸੰਤ ਸਭਾ ਜੈਕਾਰ ਅਸੀਂ ਜਾ ਕੇ ਇਹ ਬਚਨ ਗਏ ਕਿ ਸਾਰੀ ਸੰਤ ਸਭਾ ਨੂੰ ਨਮਸਕਾਰ ਹੈ, ਸੰਤਾਂ ਦੀ ਸਭਾ ਦੀ ਜੈ ਜੈਕਾਰ ਹੋਵੇ। ਤਦ ਇੱਕ ਸਿੱਧ ਬੋਲਿਆ ਕਿ ਤੁਹਾਨੂੰ ਮਰਿਆਦਾ ਅਨੁਸਾਰ ਪਹਿਲਾਂ ਗੋਰਖਨਾਥ ਨੂੰ ਮੱਥਾ ਟੇਕਣਾ ਚਾਹੀਦਾ ਸੀ, ਫਿਰ ਵਾਰੀ ਵਾਰੀ ਸਭਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਸੀ। ਇਸ ਲਈ ਤੁਸੀਂ ਸਭ ਨੂੰ ਇਕੱਤਰਤਾ ਦਾ ਬਚਨ ਕਹਿ ਕੇ ਯਥਾਰਥ ਬਚਨ ਨਹੀਂ ਕੀਤੇ, ਕਿਉਂਕਿ ਜੈਕਾਰ ਸ਼ਬਦ ਆਸ਼ੀਰਵਾਦ ਵਾਚ ਗਿਆ। ਜੈਕਾਰ ਸ਼ਬਦ ਆਪਣੇ ਤੋਂ ਛੋਟੀ ਉਮਰ ਦੇ ਪੁਰਖ ਨੂੰ ਕਹੀਦਾ। ਇਸ ਲਈ ਤੁਸੀਂ ਸਾਨੂੰ ਛੋਟੇ ਬਣਾ ਕੇ ਜੈਕਾਰ ਸ਼ਬਦ ਕਿਹਾ। ਤਦ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਹੋਣ ਕਰਕੇ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਕੱਠਾ ਜੈਕਾਰ ਸ਼ਬਦ ਕਿਹਾ ਕਿ ਹੇ ਸੰਤ ਸਭਾ ਤੁਹਾਡੀ ਜੈਕਾਰ ਹੋਵੇ। ਅਰਥਾਤ ਸਾਡਾ ਇੱਕ ਅਦਵੈਤ ਸਿਧਾਂਤ ਵਾਲਾ ਮਤ ਹੈ। ਸਾਡੇ ਹਿਰਦੇ ਵਿੱਚ ਭੇਦਭਾਵ ਨਹੀਂ ਹੈ। ਅਸਾਂ ਨੇ ਸਾਰਿਆਂ ਨੂੰ ਇੱਕ ਰੂਪ ਨਿਸ਼ਚੈ ਕਰਕੇ ਇਕੱਠੀ ਨਮਸਕਾਰ ਕੀਤੀ ਹੈ। ਦੂਸਰਾ ਇਹ ਹੈ ਕਿ ਜੋ ਤੁਹਾਡੇ ਅੰਦਰ ਮਾਣ ਹੰਕਾਰ ਹੈ ਕਿ ਅਸੀਂ ਵੱਡੇ ਹਾਂ, ਇਸ ਤੁਹਾਡੇ ਹੰਕਾਰ ਨੂੰ ਤੋੜਨ ਵਾਸਤੇ ਵੀ ਅਸੀਂ ਸਾਂਝਾ ਬਚਨ ਕਹਿਣਾ ਕੀਤਾ ਹੈ। ਤੀਜਾ ਇਹ ਹੈ ਕਿ ਸਵਾਸਾਂ ਦਾ ਭਰੋਸਾ ਨਹੀਂ ਕਿ ਕਿਸ ਵਕਤ ਸਵਾਸ ਨਿਕਲ ਜਾਣ। ਇਸ ਲਈ ਅਸੀਂ ਨਿਯਮ ਪੂਰਾ ਕਰਨ ਲਈ ਇਕੱਠੀ ਹੀ ਜੈ ਜੈਕਾਰ ਕਰ ਦਿੱਤੀ ਹੈ। ਤੁਹਾਨੂੰ ਵਾਰੀ ਵਾਰੀ ਮੱਥਾ ਟੇਕਣ ਲਈ ਜ਼ਿਆਦਾ ਸਮਾਂ ਚਾਹੀਦਾ, ਜ਼ਿਆਦਾ ਸਮਾਂ ਲੱਗਣਾ ਸੀ। ਸਵਾਸਾਂ ਦਾ ਭਰੋਸਾ ਨਹੀਂ ਹੈ, ਕੀ ਪਤਾ ਕਿ ਉਹਨੂੰ ਮੱਥਾ ਟੇਕੇ ਦੂਜੀ ਵਾਰੀ ਸਵਾਸ ਹੀ ਕਿਤੇ ਚਲੇ ਜਾਣ। ਇਸ ਲਈ ਕੀ ਪਤਾ ਸੀ ਕਿ ਸਵਾਸ ਤੁਹਾਨੂੰ ਸਾਰੇ ਨਮਸਕਾਰ ਕਰਨ ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ। ਜਿਵੇਂ ਹਮ ਆਦਮੀ ਹਾਂ ਇੱਕਦਮੇ ਮੋਹਲਤ ਮੌਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸ੍ਰੀ ਬਹੁ ਜਾ ਕੇ ਜੀਅ ਪੁਰਾਣਾ। ਇਹ ਉਪਰੋਕਤ ਵਚਨ ਸੁਣ ਕੇ ਸਿੱਧ ਨਿਰੁੱਤਰ ਹੋ ਗਏ ਔਰ ਗੁਰੂ ਸਾਹਿਬ ਜੀ ਨਾਲ ਚਰਚਾ ਕਰਨ ਵਾਸਤੇ ਤਿਆਰ ਹੋ ਗਏ। ਫਿਰ ਸਿੱਧ ਕਹਿਣ ਲੱਗੇ ਕਿ ਭਾਵੇਂ ਤੁਸੀਂ ਆਪਣੀ ਮੱਤ ਦੇ ਅਨੁਸਾਰ ਸਹੀ ਕੀਤਾ, ਪਰ ਸਾਡੀ ਮੱਤ ਅਨੁਸਾਰ ਸਹੀ ਨਹੀਂ ਕੀਤਾ। ਇਸ ਲਈ ਤੁਸੀਂ ਸਾਡੇ ਚੇਲੇ ਬਣੋ ਤੇ ਸਾਨੂੰ ਨਮਸਕਾਰ ਕਰੋ। ਤਦ ਅਸੀਂ ਕਿਹਾ ਕਿ ਹੇ ਸਿੱਧੋ, ਜੇਕਰ ਤੁਸੀਂ ਆਪਣੇ ਵੱਡੇਪਣ ਵਿੱਚ ਸਾਡੀ ਕੀਤੀ ਹੋਈ ਨਮਸਕਾਰ ਨੂੰ ਕਬੂਲ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਨਮਸਕਾਰ ਕਰਦੇ ਹੀ ਨਹੀਂ। ਮਤਲਬ ਜਿਹੜਾ ਬੰਦਾ ਜਵਾਬ ਹੀ ਨਾ ਦੇਵੇ ਉਹਨੂੰ ਸਤਿ ਸ੍ਰੀ ਅਕਾਲ ਜਾਂ ਫਤਿਹ ਬੁਲਾਉਣ ਦਾ ਮੇਰੇ ਖਿਆਲ ਮੁਤਾਬਕ ਕੋਈ ਲਾਭ ਨਹੀਂ। ਲਾਭ ਤਾਂ ਗੱਲ ਵੱਖਰੀ, ਉਹ ਸਤਿ ਸ੍ਰੀ ਅਕਾਲ ਫਤਿਹ ਦੀ ਜਾਂ ਕੋਈ ਵੀ ਰਾਮ ਰਾਮ ਉਹਦੀ ਬੇਅਦਬੀ ਹੈ, ਕਿਉਂਕਿ ਅਗਲਾ ਜਵਾਬ ਹੀ ਨਹੀਂ ਦੇ ਰਿਹਾ। ਤੇ ਇਸ ਵਾਸਤੇ ਜਿਸ ਤਰ੍ਹਾਂ ਕੋਈ ਮੂੰਹ ਵੇਖੀ ਜਾਂਦਾ ਉਸ ਤਰ੍ਹਾਂ ਆਪ ਹੀ ਵੇਖੀ ਜਾਓ ਮੇਰੇ ਖਿਆਲ ਮੁਤਾਬਕ। ਕਈ ਵਾਰ ਫੋਨ ਆਉਂਦਾ, ਇਹ ਵੀ ਮੈਂ ਵਿਚਾਰਿਆ, ਉਹ ਚੁੱਕਦਿਆਂ ਸਾਰੀ ਫਤਿਹ ਬੁਲਾ ਦਈਦੀ ਹੈ।
ਤੇ ਜਿਹੜਾ ਗੱਲ ਕਰਨ ਵਾਲਾ ਹੈ ਸ਼ਾਇਦ ਉਹ ਸਾਡੇ ਮਤ ਦਾ ਨਾ ਹੋਵੇ ਤੇ ਅੱਗੋਂ ਉਹ ਵਿਚਾਰਾ ਸੰਕੋਚ ਜਾਂਦਾ ਕਿਉਂਕਿ ਉਹਦਾ ਸੁਭਾਅ ਫਤਿਹ ਵਾਲਾ ਨਹੀਂ ਬਣਿਆ। ਤੇ ਇਸ ਲਈ ਵਾਹਿਗੁਰੂ ਕਹਿਣਾ ਜਾਂ ਵੈਸੇ ਹਾਂਜੀ ਕਹਿਣਾ ਹੀ ਸਤਿਕਾਰ ਹੈ। ਮਤਲਬ ਜਿਹੜਾ ਜਵਾਬ ਦੇਵੇ, ਜਿਹੜਾ ਫਤਿਹ ਨੂੰ ਮੰਨੇ, ਸਤਿ ਸ੍ਰੀ ਅਕਾਲ ਨੂੰ ਮੰਨੇ, ਉਹੀ ਸਤਿਕਾਰ ਵਾਲੀ ਬਾਤ ਹੈ। ਮਹਾਰਾਜ ਕਹਿੰਦੇ ਭਾਈ ਆਪਾਂ ਤਾਂ ਜੈ ਜੈਕਾਰ ਸਰਬ ਸਾਂਝਾ ਜਾਣ ਕੇ ਪ੍ਰਮਾਤਮਾ ਦੀ ਜੋਤ ਜਾਣ ਕੇ ਤੁਹਾਡੇ ਸਤਿਕਾਰ ਲਈ ਕਿਹਾ ਹੈ। ਨਹੀਂ ਤੁਸੀਂ ਮੰਨਣਾ ਤਾਂ ਆਪਦੇ ਘਰ ਹਾਜ਼ਰ ਰਹੋ। ਫਿਰ ਸਿੱਧ ਕਹਿਣ ਲੱਗੇ ਕਿ ਤੁਸੀਂ ਕਿਹਨੂੰ ਨਮਸਕਾਰ ਕਰਦੇ ਹੋ ਤਾਂ ਗੁਰੂ ਮਹਾਰਾਜ ਫਰਮਾਉਂਦੇ ਹਨ ਤਿਸ ਆਗਰ ਰਾਸ ਹਮਾਰੀ। ਇਹ ਸਿੱਧੋ ਉਸ ਪਰਮੇਸ਼ਰ ਅੱਗੇ ਸਾਡੀ ਰਹਿਰਾਸ ਪ੍ਰਾਰਥਨਾ ਹੈ, ਨਮਸਕਾਰ ਹੈ। ਸਾਚਾ ਅਪਰ ਅਪਾਰੋ ਜੋ ਤ੍ਰੈਕਾਲ ਸੱਚਾ ਸਰੂਪ ਹੈ, ਤ੍ਰੈਕਾਲ ਆਬਾਦ ਰੂਪ ਹੈ ਤੇ ਜਿਸ ਤੋਂ ਅਪਰ ਪ੍ਰਕਿਰਤੀ ਉਰੇ ਤੇ ਆਪ ਪ੍ਰਕਿਰਤੀ ਤੋਂ ਪਰੇ ਹੈ। ਫਿਰ ਸਿੱਧ ਕਹਿਣ ਲੱਗੇ ਕਿ ਜਿਸ ਪਰਮੇਸ਼ਰ ਨੂੰ ਤੁਸੀਂ ਨਮਸਕਾਰ ਕਰਦੇ ਹੋ ਉਹ ਪਰਮੇਸ਼ਰ ਉੱਤੇ ਤੁਹਾਡੀ ਕਿਤਨੀ ਕੋਈ ਸ਼ਰਧਾ ਹੈ। ਤੁਸੀਂ ਕਿਸੇ ਹੋਰ ਦੇ ਅੱਗੇ ਝੁਕਦੇ ਵੀ ਹੋ ਤਾਂ ਸਾਜ ਪੁੱਤਰ ਬਖਸ਼ਦੇ ਹਨ। ਮਸਤਕ ਕਾਟ ਧਰੀ ਤਿਸ ਆਗੈ। ਇਸ ਵਾਹਿਗੁਰੂ ਦੇ ਅੱਗੇ ਅਸੀਂ ਆਪਣਾ ਮੱਥਾ ਆਪ ਦਾ ਸਿਰ ਕੱਟ ਕੇ ਧਰ ਦਈਏ, ਰੱਖ ਦੇਣਾ ਕਰੀਏ। ਭਾਵ ਜਿਸ ਰਸਤੇ ਮੇਰਾ ਪਿਆਰਾ ਵਾਹਿਗੁਰੂ ਆਵੇ ਉਸ ਰਸਤੇ ਵਿੱਚ ਆਪਣਾ ਸੀਸ ਰੱਖ ਦੇਣਾ ਕਰੀਏ ਅਤੇ ਉਸ ਪਰਮੇਸ਼ਰ ਦੇ ਅੱਗੇ ਆਪਣਾ ਤਨ ਮਨ ਧਨ ਅਰਪ ਦੇਣਾ ਕਰੀਏ। ਸੋ ਹਉ ਵਾਰੀ ਮੁਖ ਫੇਰ ਪਿਆਰੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈਐ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਦਰਸ਼ਨ ਦੇਖ ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ। ਹਰ ਹਰ ਨਾਮ ਧਿਆਈ ਰਹਾਉ। ਇੰਜ ਸੋ ਤੈ ਸਾਹਿਬ ਕੀ ਬਾਤ ਜੀ ਆਖੈ, ਕਹੋ ਨਾਨਕ ਕੀ ਦੀਜੈ। ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਇਸ ਤਰ੍ਹਾਂ ਦੇ ਨਿਮਰਤਾ ਦੇ ਬਚਨ ਕਹੇ ਨੇ। ਇਸੇ ਪ੍ਰਕਾਰ ਮਸਤਕ ਕਾਟ ਧਰੀ ਤਿਸ ਆਗੈ। ਅਸੀਂ ਤਿਸ ਪਰਮੇਸ਼ਰ ਦੇ ਅੱਗੇ ਆਪਣਾ ਹੰਕਾਰ ਰੂਪੀ ਸਿਰ ਕੱਟ ਕੇ ਰੱਖ ਦਈਏ। ਭਾਵ ਨਿਮਰਤਾ ਦੇ ਸਹਿਤ ਹੋ ਕੇ ਆਪਣਾ ਆਪ ਵਾਰ ਦਈਏ। ਤਨ ਮਨ ਆਗੈ ਦਿਓ, ਅਤੇ ਆਪਣੇ ਤਨ ਦਾ ਤਾਣ ਤੇ ਮਨ ਦਾ ਮਾਣ ਇਹ ਛੱਡ ਕੇ ਅਤੇ ਦੀਆ ਦੀ ਆਸ ਮੇੜ ਕੇ ਉਸ ਪਰਮੇਸ਼ਰ ਦੇ ਅੱਗੇ ਆਪਣਾ ਆਪ ਅਰਪ ਦੇਣਾ ਕਰੀਏ, ਭੇਟਾ ਰੱਖ ਦਈਏ। ਨਾਨਕ ਸੰਤ ਮਿਲੈ ਸਚ ਪਾਈਐ। ਫਿਰ ਸਿੱਧ ਕਹਿਣ ਲੱਗੇ ਕਿ ਤੁਸੀਂ ਕਿਸੇ ਸਾਧੂ ਸੰਤ ਅੱਗੇ ਨਹੀਂ ਝੁਕਦੇ। ਮਹਾਰਾਜ ਕਹਿੰਦੇ ਕਿ ਕਿਉਂ ਨਹੀਂ ਝੁਕਦੇ? ਕੋਈ ਸਾਧੂ ਸੰਤ ਹੋਵੇ ਤਾਂ ਸਹੀ। ਅਸੀਂ ਤਾਂ ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਇਹ ਦਾਤ ਮੰਗਦੇ ਆ। ਸੰਤ ਉਹ ਹੈ ਜਿਹਦੀ ਆਤਮਾ ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾਮ ਜਪਦਿਆਂ ਸ਼ਾਂਤ ਹੋ ਚੁੱਕੀ ਹੈ। ਕ੍ਰੋਧੀ ਨੂੰ ਸੰਤ ਥੋੜ੍ਹਾ ਕਹਿੰਦੇ ਨੇ, ਜਿਹੜੇ ਮੋਟੀਆਂ ਮੋਟੀਆਂ ਗਾਲਾਂ ਕੱਢੇ, ਪੱਥਰ ਲੈ ਕੇ ਪਵੇ ਤੇ ਫਜ਼ੂਲ ਦਾ ਹੀ ਸ਼ਰਾਬ ਦੇਈ ਜਾਏ, ਉਹ ਕੋਈ ਸੰਤ ਸਾਧੂ ਥੋੜ੍ਹਾ ਹੈ। ਸੰਤ ਦਾ ਉਹ ਹੈ ਜਿਹੜਾ ਆਪ ਨਾਮ ਜਪਦਾ। ਜਰ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸ਼ਾਂਤ ਆਤਮਾ ਵਾਲੇ ਜਿਹੜੇ ਪੁਰਖ ਸੰਤ ਸਾਧੂ, ਉਹਨਾਂ ਦੇ ਨਾਲ ਮਿਲਣ ਕਰਕੇ ਸੱਚ ਨਾਮ ਨੂੰ ਪਾਉਣਾ ਕਰੀਦਾ। ਇਸ ਲਈ ਅਸੀਂ ਸੰਤਾਂ ਨੂੰ ਮਿਲਣਾ, ਉਹਨਾਂ ਨੂੰ ਨਮਸਕਾਰ ਕਰਨੀ ਚੰਗਾ ਸਮਝਦੇ ਹਾਂ। ਇਸੇ ਪ੍ਰਕਾਰ ਨਾਨਕ
ਸੰਤ ਮਿਲੈ ਸਚ ਪਾਈਐ। ਜਿਸ ਸੰਤ ਮਹਾਤਮਾ ਨਾਲ ਮਿਲ ਕੇ ਸੱਚੇ ਦਾ ਜਸ ਕਰਨਾ ਪਾਈਦਾ ਜਾਂ ਸੱਚ ਸਰੂਪ ਦੀ ਸਖਿਆਤਤਾ ਪਾਈਦੀ ਹੈ। ਮਹਾਰਾਜ ਫਰਮਾਉਂਦੇ ਨੇ ਸਹਿਜ ਭਾਈ ਜਸ ਲਿਓ। ਅਤੇ ਜਿਸ ਦੀ ਸੰਗਤ ਕਰਕੇ ਸੁਤੇ ਸਿੱਧੀ ਭਾਏ ਪ੍ਰੇਮ ਪੂਰਵਕ ਜਾਂ ਸਹਿਜ ਭਾਏ ਸ਼ਾਂਤੀ ਸੁਭਾਅ ਨੂੰ ਧਾਰ ਕੇ ਪਰਮੇਸ਼ਰ ਦਾ ਜਸ ਕੀਰਤਨ ਕਰਨ ਦੀ ਦਾਤ ਨੂੰ ਲੈਣਾ ਕਰੀਦਾ ਹੈ। ਇਉਂ ਹੀ ਸਿੱਧੋ ਅਜਿਹੀ ਕੋਈ ਗੱਲ ਨਹੀਂ ਕਿ ਅਸੀਂ ਕਿਸੇ ਵੀ ਸੰਤ ਅੱਗੇ ਨਹੀਂ ਝੁਕਦੇ। ਅਸੀਂ ਐਸੇ ਉਪਰੋਕਤ ਕਹੇ ਸੰਤ ਜਨ ਅੱਗੇ ਆਪਣਾ ਸਿਰ ਕੱਟ ਕੇ ਵੀ ਭੇਟਾ ਕਰਨ ਲਈ ਤਿਆਰ ਹਾਂ, ਪਰ ਮਿਲੇ ਤਾਂ ਸਹੀ ਕੋਈ। ਪਰ ਕਿਸੇ ਹੰਕਾਰੀ ਦੰਭੀ ਪਗੰਡੀ ਪੁਰਖ ਅੱਗੇ ਨਹੀਂ ਅਸੀਂ ਝੁਕਦੇ। ਫਿਰ ਸਿੱਧ ਕਹਿਣ ਲੱਗੇ ਕਿ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤਾਂ ਗੁਰੂ ਮਹਾਰਾਜ ਸਾਹਿਬ ਫਰਮਾਨ ਕਰਦੇ ਹਨ, ਨਾਨਕ ਸੰਤ ਮਿਲੈ ਸਚ ਪਾਈਐ। ਸਤਿਗੁਰੂ ਜੀ ਕਥਨ ਕਰਦੇ ਕਿ ਜਦੋਂ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਨ ਮਿਲ ਜਾਣ ਤਦ ਹੀ ਸੱਚੇ ਪਰਮੇਸ਼ਰ ਨੂੰ ਪਾਉਣਾ ਕਰੀਦਾ। ਇਸੇ ਪ੍ਰਕਾਰ ਨਾਨਕ ਸੰਤ ਮਿਲੈ ਸਚ ਪਾਈਐ। ਜਦੋਂ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਨ ਮਿਲ ਜਾਣ ਜਦ ਸੱਚ ਦੀ ਪ੍ਰਾਪਤੀ ਹੁੰਦੀ ਹੈ ਤਦ ਹੀ ਜੀਵ ਸੁਤੇ ਸਿੱਧ ਪ੍ਰਭੂ ਦੇ ਜਸ ਕੀਰਤਨ ਕਰਨ ਦੀ ਦਾਤ ਗੁਰਾਂ ਪਾਸੋਂ ਲੈਣਾ ਕਰਦਾ ਹੈ। ਇਸੇ ਪ੍ਰਕਾਰ ਨਾਨਕ ਸੰਤ ਮਿਲੈ ਸਚ ਪਾਈਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਸੰਤਾਂ ਦਾ ਮਿਲਾਪ ਹੁੰਦਾ ਹੈ ਤਦ ਸੱਚਾ ਨਾਮ ਪਾਈਦਾ ਹੈ। ਸੱਚਾ ਨਾਮ ਪ੍ਰਾਪਤ ਕਰਕੇ ਸਹਿਜ ਭਾਏ ਜਸ ਲਿਓ। ਗਿਆਨ ਪ੍ਰਾਪਤ ਹੁੰਦਾ ਹੈ ਅਤੇ ਗਿਆਨ ਪ੍ਰਾਪਤੀ ਤੋਂ ਬਾਅਦ ਭਾਏ ਪ੍ਰਕਾਸ਼ ਰੂਪ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਪ੍ਰਾਪਤੀ ਤੋਂ ਬਾਅਦ ਜਸ ਲਿਓ। ਜੀਵ ਲੋਕ ਪਰਲੋਕ ਦੇ ਵਿੱਚ ਜਸ ਕੀਰਤੀ ਨੂੰ ਲੈਣਾ ਕਰਦਾ ਪਾਉਣਾ ਕਰਦਾ ਹੈ। ਕਿਆ ਭਵੀਐ ਸੱਚ ਸੁਚਾ ਹੋਏ। ਫਿਰ ਸਿੱਧ ਕਹਿਣ ਲੱਗੇ ਕਿ ਤੁਹਾਨੂੰ ਕੁਝ ਤਾਂ ਸਾਡੇ ਮਤ ਵੱਲ ਮਨ ਨੂੰ ਭੋਣਾ ਫੇਰਨਾ ਚਾਹੀਦਾ ਹੈ। ਤਾਂ ਗੁਰੂ ਮਹਾਰਾਜ ਫਰਮਾਉਂਦੇ ਕਿ ਹੇ ਸਿੱਧੋ ਅਸੀਂ ਆਪਣੇ ਮਨ ਨੂੰ ਤੁਹਾਡੇ ਮਤ ਵੱਲ ਜਾਂ ਕਿਸੇ ਹੋਰ ਪਾਸੇ ਵੱਲ ਕੀ ਭੋਣਾ ਕਰੀਏ ਜਾਂ ਪਦਾਰਥਾਂ ਵੱਲ ਭੁਆਂ ਕੇ ਕੀ ਲਾਉਣਾ ਕਰੀਏ ਜਦ ਸੱਚ ਸੋਚਾ ਹੋਏ। ਸੱਚੇ ਪਰਮੇਸ਼ਰ ਦਾ ਨਾਮ ਜਪ ਕੇ ਹੀ ਮਨ ਨੇ ਪਵਿੱਤਰ ਹੋਣਾ ਹੈ। ਮਤਲਬ ਮਨ ਤਾਂ ਸੱਚੇ ਨੂੰ ਜਪ ਕੇ ਹੀ ਪਵਿੱਤਰ ਹੁੰਦਾ ਹੈ। ਤਾਂ ਫਿਰ ਕਿਸੇ ਹੋਰ ਪਾਸੇ ਵੱਲ ਮਨ ਨੂੰ ਕੀ ਭੁਆਈਏ। ਜਦ ਨਾਮ ਜਪਣ ਤੋਂ ਬਗੈਰ ਮਨ ਪਵਿੱਤਰ ਹੀ ਨਹੀਂ ਹੋਣਾ ਤਾਂ ਫਿਰ ਦੂਜੇ ਮਤ ਵੱਲ ਕੀ ਭਾਈਏ। ਅਰਥਾਤ ਅਸੀਂ ਪਰਮੇਸ਼ਰ ਨੂੰ ਛੱਡ ਕੇ ਮਨ ਨੂੰ ਤੁਹਾਡੇ ਮਤ ਵੱਲ ਜਾਂ ਕਿਸੇ ਹੋਰ ਪਾਸੇ ਵੱਲ ਕਿਉਂ ਲਾਈਏ। ਜਾਂ ਤੁਹਾਡੇ ਮਤ ਤੇ ਕਿਸੇ ਹੋਰ ਪਾਸੇ ਵੱਲ ਮਨ ਨੂੰ ਭੋਣ ਤੋਂ ਬਗੈਰ ਹੀ ਮਨ ਸੱਚੇ ਨਾਮ ਨੂੰ ਜਪਣੇ ਕਰਕੇ ਪਵਿੱਤਰ ਹੋ ਸਕਦਾ। ਫਿਰ ਕਿਉਂ ਨਾ ਅਸੀਂ ਨਾਮ ਹੀ ਜਪੀਏ। ਫਿਰ ਸਿੱਧ ਕਹਿਣ ਲੱਗੇ ਕਿ ਜੇਕਰ ਨਮਸਕਾਰ ਕਰਦੇ ਹਾਂ ਤੁਹਾਨੂੰ ਦੇਰ ਲੱਗਦੀ ਸੀ ਤਾਂ ਤੁਸੀਂ ਸਾਰਿਆਂ ਦੀ ਪਰਿਕਰਮਾ ਹੀ ਕਰ ਲੈਂਦੇ। ਵੇਖੋ ਸਾਧੂ ਸੰਤ ਵੀ ਕਿੱਡੇ ਗੁੱਸੇ ਖੋਰ ਹੁੰਦੇ ਨੇ। ਇੱਕ ਦੇ ਸ਼ਰਧਾਲੂ ਨੂੰ ਮੈਂ ਖੁਦ ਆਪ ਕਹਿੰਦਿਆਂ ਸੁਣਿਆ ਹੈ, ਆਖੇ ਜੀ ਬਾਬਾ ਜੀ ਨੂੰ ਫਤਿਹ ਨਹੀਂ ਬੁਲਾਈ ਦੀ, ਚੰਗਾ ਬੜਾ ਅੰਮ੍ਰਿਤਧਾਰੀ ਸਿੰਘ। ਮੈਂ ਕਿਹਾ ਅੱਛਾ ਜੀ ਗਲਤੀ ਹੋ ਗਈ। ਫਿਰ ਫਤਿਹ ਕਿਹਨੂੰ ਬੁਲਾਈ ਦੀ ਆ? ਕਹਿੰਦੇ ਸਿੰਘ ਨੂੰ ਬੁਲਾਈ ਦੀ ਆ। ਇਹ ਤਾਂ ਸੰਤ ਨੇ, ਬ੍ਰਹਮ ਗਿਆਨੀ ਨੇ, ਇਹਨਾਂ ਨੂੰ ਮੱਥਾ ਟੇਕੋ। ਮੈਂ ਕਿਹਾ ਜੀ ਸਤ ਬਚਨ ਤੋ ਇਸ ਵਾਸਤੇ ਇਹ ਉਹਨਾਂ ਦੀ ਸ਼ਰਧਾ ਹੈ, ਉਹਨਾਂ ਦੀ ਭਾਵਨਾ ਹੈ। ਮਤਲਬ ਜਿਨ੍ਹਾਂ ਬਾਬਤ ਉਹਨਾਂ ਨੇ ਇਹ ਲਫ਼ਜ਼ ਆਖਿਆ ਉਹਨਾਂ ਦੇ ਮੂੰਹ ਤੋਂ ਕਿਸੇ ਨੇ ਵੀ ਸੁਣਿਆ।
ਅਖੇ ਜੀ ਲੈ ਗੁਰੂ ਗ੍ਰੰਥ ਸਾਹਿਬ ਤਾਂ ਲੋਕਾਂ ਨੇ ਬਾਰੀਆਂ 'ਚ ਰੱਖੇ ਹੁੰਦੇ ਸੀਗੇ, ਉਹ ਤਾਂ ਸਾਧੂ ਸੰਤ ਦੀ ਸਤਿਕਾਰ ਕਰਾਉਂਦੇ ਨੇ। ਜੇ ਸੰਤ ਨਾ ਹੋਣ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਮੰਨੇ? ਮਤਲਬ ਸੰਤ ਹੀ ਕਹਿੰਦੇ ਨੇ ਵੀ ਅਖੰਡ ਪਾਠ ਕਰਾਓ, ਸਹਿਜ ਪਾਠ ਕਰਾਓ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਇਹਦਾ ਸਤਿਕਾਰ ਕਰੋ। ਉਹਨਾਂ ਦੇ ਮਨ 'ਚ ਵੀ ਇੰਝ ਹੈ, ਸ਼ਾਇਦ ਪਤਾ ਨਹੀਂ, ਮੇਰੇ ਖਿਆਲ ਮੁਤਾਬਕ ਅਨਪੜ੍ਹਤਾ ਹੈ ਜਾਂ ਕੁਛ ਹੋਰ ਹੈ, ਇਹ ਰੱਬ ਹੀ ਜਾਣਦਾ ਹੈ। ਸਾਰੇ ਗੁਰਮੁਖ ਪਿਆਰੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਗੁਰੂ ਮਹਾਰਾਜ ਦੀ ਕਿਰਪਾ ਵਾਲੇ। ਇਉਂ ਸਾਧੂ ਸੰਤਾਂ ਦੇ ਮਨ ਵਿੱਚ ਵੀ ਵੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਇੱਕੋ ਇੱਕ ਗੁਰੂ ਨਾਨਕ ਸਾਹਿਬ ਹੋਏ ਨੇ ਦੁਨੀਆ ਦੇ ਵਿੱਚ, ਜਾਂ ਗੁਰੂ ਗੋਬਿੰਦ ਸਿੰਘ ਹੋਇਆ, ਜਿਹਨੇ ਅੰਮ੍ਰਿਤ ਛਕਾ ਕੇ ਆਪ ਦੇ ਬਰਾਬਰ ਬਿਠਾਇਆ ਹੈ। ਮਰਦਾਨੇ ਨੂੰ ਮਹਾਰਾਜ ਪੂਰੇ ਸਤਿਕਾਰ ਨਾਲ ਬਿਠਾ ਕੇ ਕੀਰਤਨ ਸੁਣਦੇ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੱਦ ਹੀ ਮੁਕਾਤੀ। ਉਹਨਾਂ ਦਾ ਇੱਥੋਂ ਤੱਕ ਕਹਿ ਦਿੱਤਾ ਵੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਕਿਸੇ ਦੇ ਆਸਣ ਦੇ ਬਹਿ ਕੇ ਦਿਖਾਓ ਭਲਾ, ਅਗਲਾ ਕਹੂਗਾ ਥੱਲੇ ਬੈਠ ਮੇਰੇ ਪੈਰਾਂ 'ਚ। ਮਤਲਬ ਲੋਕਾਂ ਦੇ ਮਨ 'ਚ ਮਾਣ ਹੁੰਦਾ, ਹੰਕਾਰ ਹੁੰਦਾ, ਕੁਰਸੀ ਦਾ ਨਸ਼ਾ ਬੜਾ ਹੁੰਦਾ। ਕੋਈ ਆਪਦੇ ਲਾਗੇ ਨਹੀਂ ਖੜਨ ਦਿੰਦਾ, ਕਹਿੰਦੇ 5 ਫੁੱਟ ਦੂਰ ਹੋ ਕੇ ਗੱਲ ਕਰੋ। ਸਾਡੇ ਗੁਰੂਆਂ ਵਰਗਾ ਕੋਈ ਗੁਰੂ ਬਣ ਕੇ ਤਾਂ ਦਿਖਾਏ। ਸੱਚੇ ਪਾਤਸ਼ਾਹ ਵੇਖੋ ਕਿੰਨੀ ਨਿਮਰਤਾ ਹੈ, ਕਿੰਨਾ ਪਿਆਰ ਤੇ ਸਤਿਕਾਰ ਦੇ ਰਹੇ ਨੇ ਆਪ ਦੇ ਖਾਲਸੇ ਨੂੰ। ਤੋ ਗੁਰੂਆਂ ਵਰਗਾ ਦੁਨੀਆ 'ਚ ਨਾ ਕੋਈ ਹੋਇਆ, ਨਾ ਕੋਈ ਹੋਣਾ। ਇਸ ਲਈ ਮਹਾਰਾਜ ਦੇ ਮਹਾਨ ਪਰਉਪਕਾਰ ਨੇ। ਧੰਨ ਗੁਰੂ ਨਾਨਕ ਸਾਹਿਬ ਦੀ ਨਿਮਰਤਾ। ਸਿੱਧਾਂ ਨੂੰ ਇਸੇ ਗੱਲ ਤੋਂ ਹੀ ਚੜ੍ਹ ਮੱਚ ਗਈ। ਅਖੇ ਜੀ ਇਹਨਾਂ ਦਾ ਮੱਥਾ ਨਹੀਂ ਟੇਕਿਆ, ਇਹਨਾਂ ਦਾ ਪਰਿਕਰਮਾ ਨਹੀਂ ਕੀਤੀ ਜੀ, ਇਹਨਾਂ ਦਾ ਸਾਰਿਆਂ ਨੂੰ ਵੱਖੋ ਵੱਖ ਫਤਿਹ ਨਹੀਂ ਬੁਲਾਈ, ਰਾਮ ਰਾਮ ਨਹੀਂ ਕੀਤਾ। ਇਸੇ ਗੱਲ ਨੂੰ ਹੀ ਲੈ ਕੇ ਸ਼ੁਰੂ ਹੋ ਗਏ। ਕਹਿੰਦੇ ਵੀ ਜੇ ਮੱਥਾ ਨਹੀਂ ਸੀ ਟੇਕਣਾ ਫਿਰ ਇਕੱਠਿਆਂ ਦੀ ਪਰਿਕਰਮਾ ਹੀ ਕਰ ਲੈਂਦੇ। ਪਰਿਕਰਮਾ ਗੁਰੂ ਦੀ ਕਰੀਦੀ ਹੈ, ਆਪ ਤੋਂ ਵੱਡੇ ਦੀ ਕਰੀਦੀ ਹੈ। ਉਹ ਮਹਾਰਾਜ ਫਰਮਾਉਂਦੇ ਨੇ ਕਿਆ ਭਵੀਆ ਸੱਚ ਸੁਚਾ ਹੋਏ। ਇਹ ਸਿੱਧੋ ਤੁਹਾਡੇ ਆਲੇ ਦੁਆਲੇ ਕੀ ਭੋਣਾ ਕਰੀਏ, ਭਾਵ ਤੁਹਾਡੀਆਂ ਪਰਿਕਰਮਾ ਕੀ ਕਰਦੇ ਫਿਰੀਏ, ਅਰਥਾਤ ਤੁਹਾਡੀ ਪਰਿਕਰਮਾ ਕਰਨ ਦੀ ਸਾਨੂੰ ਲੋੜ ਨਹੀਂ ਹੈ। ਫਿਰ ਸਿੱਧ ਕਹਿਣ ਲੱਗੇ ਕਿ ਚਲੋ ਤੀਰਥਾਂ ਦੇ ਇਸ਼ਨਾਨ ਕਰ ਆਵੋ ਜਾਂ ਤੀਰਥ ਯਾਤਰਾ ਕਰ ਲਵੋ। ਤਾਂ ਗੁਰੂ ਮਹਾਰਾਜ ਫਿਰ ਫਰਮਾਉਂਦੇ ਨੇ ਕਿਆ ਭਵੀਆ ਸੱਚਾ ਸੁਚਾ ਹੋਏ। ਹੇ ਸਿੱਧੋ ਤੀਰਥਾਂ ਦੇ ਕੀ ਪਾਉਂਦੇ ਫਿਰਨਾ ਹੈ, ਭਾਵ ਤੀਰਥਾਂ ਦੇ ਭੋਣ ਦਾ ਕੋਈ ਲਾਭ ਨਹੀਂ ਹੈ। ਅੱਖਰ ਪੜ ਭੁੱਲੀ ਹੈ, ਭੇਖੀ ਬਹੁਤ ਅਭਿਮਾਨ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਜਦ ਮਨ ਦੇ ਵਿੱਚ ਹੰਕਾਰ ਦੀ ਮੈਲ ਹੈ ਤਾਂ ਤੀਰਥਾਂ ਦੇ ਨਹਾਉਣ ਦਾ ਕੀ ਫਾਇਦਾ। ਜਦ ਮਨ ਦੀ ਪਵਿੱਤਰਤਾ ਹੀ ਸੱਚੇ ਨਾਮ ਕਰਕੇ ਹੋਣੀ ਹੈ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤਾਂ ਫਿਰ ਐਵੇਂ ਭਾਉਣ ਦਾ ਕੀ ਫਾਇਦਾ ਹੋਇਆ। ਸਾਚ ਸ਼ਬਦ ਬਿਨਾ ਮੁਕਤ ਨ ਕੋਏ। ਇਹ ਸਿੱਧੋ ਗੁਰੂ ਸਾਹਿਬ ਜੀ ਦੇ ਸੱਚੇ ਉਪਦੇਸ਼ ਤੋਂ ਬਿਨਾ ਕੋਈ ਵੀ ਪੁਰਖ ਮੁਕਤ ਨਹੀਂ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਫਿਰ ਇੱਕ ਸਿੱਧ ਬੋਲਿਆ ਕਿ ਕਵਨ ਤੁਮੇ ਕਿਆ ਨਾਉ ਤੁਮਾਰਾ। ਇਹ ਮਹਾਰਾਜ ਤੁਸੀਂ ਕੌਣ ਹੋ, ਭਾਵ ਤੁਹਾਡਾ ਸਰੂਪ ਕੀ ਹੈ। ਦੂਜਾ ਸਵਾਲ ਤੁਹਾਡਾ ਨਾਮ ਕੀ ਹੈ। ਕੌਣ ਮਾਰਗ ਕੌਣ ਸੁਆਉ। ਤੀਜਾ ਪ੍ਰਸ਼ਨ ਤੁਹਾਡਾ ਰਸਤਾ ਕਿਹੜਾ ਹੈ, ਜਾਂ ਤੁਸੀਂ ਕਿਹੜੇ ਰਸਤੇ ਆਏ ਹੋ। ਚੌਥਾ ਸਵਾਲ ਤੁਹਾਡਾ ਇੱਥੇ ਸਮੇਰ ਪਰਬਤ ਦੇ ਆਉਣ ਦਾ ਪ੍ਰਯੋਜਨ ਕੀ ਹੈ, ਮਤਲਬ ਕੀ ਹੈ। ਪਹਿਲਾਂ ਸਤਿਗੁਰੂ ਜੀ ਨਿਮਰਤਾ ਦੇ ਸਹਿਤ ਉੱਤਰ ਦਿੰਦੇ ਨੇ।
ਕਮਨ ਤੁਮੇ ਕਿਆ ਨਾਉ ਤੁਮਾਰਾ। ਹਾਂਜੀ, ਕੌਣ ਮਾਰਗ ਕੌਣ ਸੁਆਓ, ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਹੋ, ਕਿਹੜੇ ਰਸਤੇ ਤੇ ਤੁਹਾਡਾ ਪ੍ਰਯੋਜਨ ਕੀ ਹੈ। ਤਾਂ ਮਹਾਰਾਜ ਅਗਲੀ ਪੰਕਤੀ ਵਿੱਚ ਇੰਜ ਉੱਤਰ ਬਖਸ਼ਦੇ ਹਨ। ਸਾਚ ਕਹੋ ਅਰਦਾਸ ਹਮਾਰੀ। ਇਹ ਸਿੱਧੋ ਅਸੀਂ ਸੱਚ ਕਹਿੰਦੇ ਹਾਂ, ਸਾਡੀ ਅਰਦਾਸ ਬੇਨਤੀ ਸੁਣੋ। ਮੈਂ ਤਾਂ ਮਹਾਤਮਾ ਜਨਾਂ ਦੇ ਉੱਪਰੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦਾ ਹਾਂ। ਇਸੇ ਤਰ੍ਹਾਂ ਸਾਚ ਕਹੋ ਅਰਦਾਸ ਹਮਾਰੀ। ਇੱਕ ਸਿੱਧ ਨੇ ਕਿਹਾ ਕਿ ਤੁਸੀਂ ਸਾਡੇ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ, ਤੁਸੀਂ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦਿਓ। ਤਾਂ ਪਹਿਲਾ ਪ੍ਰਸ਼ਨ, ਕਮਨ ਤੁਮੇ, ਤੁਸੀਂ ਕੌਣ ਹੋ, ਭਾਵ ਤੁਹਾਡਾ ਸਰੂਪ ਕੀ ਹੈ। ਤਾਂ ਮਹਾਰਾਜ ਕਹਿੰਦੇ ਸਾਚ ਕਹੋ, ਅਸੀਂ ਸੱਚ ਕਹਿੰਦੇ ਹਾਂ ਕਿ ਸੱਚ ਚਿਤ ਆਨੰਦ ਇਹੀ ਸਾਡਾ ਸਰੂਪ ਹੈ, ਜਿਸ ਤੋਂ ਅਸੀਂ ਪੈਦਾ ਹੋਏ ਹਾਂ। ਤ੍ਰੈ ਕਾਲ ਅਬਤ ਤਵੰਗ ਸਤ ਤਵੰਗ, ਭਾਵ ਜੋ ਤਿੰਨਾਂ ਕਾਲਾਂ ਵਿੱਚ ਨਾਸ਼ ਨਾ ਹੋਵੇ, ਇਹੀ ਸਾਡਾ ਸਰੂਪ ਹੈ। ਕਿਆ ਨਾਮ ਤੁਮਾਰਾ, ਤੁਹਾਡਾ ਨਾਮ ਕੀ ਹੈ। ਤਾਂ ਹਮਾਰੇ ਕਹਿੰਦੀ ਅਰਦਾਸ ਹਮਾਰੀ, ਮੇਰਾ ਨਾਮ ਅਰਦਾਸੀਆ ਹੈ, ਭਾਵ ਅਸੀਂ ਹਰ ਵੇਲੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਰਹਿੰਦੇ ਹਾਂ। ਆਓ ਸੰਤ ਜਨਾ ਬਲ ਜਾਓ। ਫਿਰ ਕੌਣ ਮਾਰਗ, ਤੁਹਾਡਾ ਮਾਰਗ ਕਿਹੜਾ। ਮਾਰਗ ਕਹਿੰਦੇ ਹਉ ਸੰਤ ਜਨਾਂ ਬਲ ਜਾਓ, ਜੋ ਸੰਤ ਜਨਾਂ ਦਾ ਭਜਨ ਸਿਮਰਨ ਕਰਨ ਰੂਪੀ ਮਾਰਗ ਹੈ, ਇਹੀ ਮੇਰਾ ਰਸਤਾ ਹੈ। ਜਾਂ ਗੁਰੂ ਪਰਮੇਸ਼ਰ ਦੇ ਬਖਸ਼ੇ ਹੋਏ ਨਾਮ ਭਗਤੀ ਦੇ ਬਲ ਨਾਲ ਇਥੋਂ ਤੁਹਾਡੇ ਪਾਸ ਆਉਣਾ ਕੀਤਾ ਹੈ। ਕੌਣ ਸੁਆਓ, ਤੁਹਾਡਾ ਪ੍ਰਯੋਜਨ ਕੀ ਹੈ। ਤਾਂ ਮਹਾਰਾਜ ਉੱਤਰ ਬਖਸ਼ਦੇ, ਹਉ ਸੰਤ ਜਨਮ ਬਲ ਜਾਓ, ਜਿਹੜਾ ਮੈਂ ਸਵਾਸ ਗ੍ਰਾਸ ਨਾਮ ਜਪਣੇ ਵਾਲੇ ਸੰਤ ਜਨਾਂ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ, ਇਹੀ ਮੇਰਾ ਅਸਲੀ ਪ੍ਰਯੋਜਨ ਹੈ। ਸੋ ਤੀਸਰਾ ਅਰਥ ਮਹਾਰਾਜ ਫਰਮਾਉਂਦੇ ਹਨ। ਸਾਚ ਕਹੋ ਅਰਦਾਸ ਹਮਾਰੀ। ਕਮਨ ਤੁਮੇ, ਤੁਸੀਂ ਕੌਣ ਹੋ, ਭਾਵ ਤੁਹਾਡਾ ਸਰੂਪ ਕੀ ਹੈ। ਤਾਂ ਮਹਾਰਾਜ ਕਹਿੰਦੇ ਸਾਚ, ਸੱਚ ਚਿਤ ਆਨੰਦ ਹੀ ਮੇਰਾ ਅਸਲ ਸਰੂਪ ਹੈ, ਜੋ ਤਿੰਨਾਂ ਕਾਲਾਂ ਵਿੱਚ ਨਾਸ਼ ਨਾ ਹੋਵੇ, ਇਹੀ ਸਾਡਾ ਸਰੂਪ ਹੈ। ਕਿਆ ਨਾਮ ਤੁਮਾਰਾ, ਤੁਹਾਡਾ ਨਾਮ ਕੀ ਹੈ। ਕਹੋ। ਤਾਂ ਮਹਾਰਾਜ ਕਹਿੰਦੇ ਇਹ ਸਿੱਧੋ, ਨਾਮ ਤਾਂ ਸਰੀਰ ਦੇ ਹੁੰਦੇ ਨੇ, ਭਾਵ ਨਾਮ ਤਾਂ ਬੁਲਾਉਣ ਦਾ ਪ੍ਰਯੋਜਨ ਹੁੰਦਾ, ਜਦ ਮੈਂ ਹੈ ਹੀ ਸੱਚ ਸਰੂਪ, ਇਸ ਕਰਕੇ ਸੱਚ ਸਰੂਪ ਹੀ ਕਹਿਣਾ ਕਰੋ। ਤੀਜਾ ਸਵਾਲ, ਕੌਣ ਮਾਰਗ, ਤੁਹਾਡਾ ਮਾਰਗ ਕਿਹੜਾ ਹੈ। ਤਾਂ ਮਹਾਰਾਜ ਫਰਮਾਉਂਦੇ ਨੇ, ਆਓ ਸੰਤ ਜਨਾ ਬਲ ਜਾਓ। ਸੋ ਅਰਦਾਸ ਹਮਾਰੀ, ਸਾਚ ਕਹੂੰ ਅਰਦਾਸ ਹਮਾਰੀ, ਜਿਹੜੀ ਪਰਮੇਸ਼ਰ ਦੇ ਅੱਗੇ ਹਰ ਕਾਰਜ ਦੀ ਆਰੰਭ ਲਈ ਜਾਂ ਸੱਚ ਸਰੂਪ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕਰਨੀ ਹੈ, ਇਹੀ ਸਾਡੀ ਜ਼ਿੰਦਗੀ ਦਾ ਅਸਲੀ ਮਾਰਗ ਹੈ। ਜਾਂ ਅਰਦਾਸ ਕਰਨੀ ਹੀ ਗੁਰਮਤਿ ਦਾ ਮਾਰਗ ਹੈ। ਕੌਣ ਸੁਆਓ, ਤੁਹਾਡਾ ਪ੍ਰਯੋਜਨ ਕੀ ਹੈ। ਮਹਾਰਾਜ ਕਹਿੰਦੇ ਹੋ ਸੰਤ ਜਨਾਂ ਬਲ ਜਾਓ, ਜਿਹੜਾ ਮੈਂ ਸਵਾਸ ਗ੍ਰਾਸ ਨਾਮ ਜਪਣੇ ਵਾਲੇ ਸੰਤ ਜਨਾਂ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦਾ, ਇਹੀ ਮੇਰਾ ਅਸਲੀ ਪ੍ਰਯੋਜਨ ਹੈ। ਸੋ ਚੌਥਾ ਅਰਥ ਮਹਾਰਾਜ ਫਰਮਾਉਂਦੇ ਨੇ, ਸਾਚ ਕਹੋ ਅਰਦਾਸ ਹਮਾਰੀ। ਜੋ ਮਹਾਤਮਾ ਜਨਾਂ ਦਾ ਸਰੂਪ ਹੈ, ਉਹੀ ਸਾਡਾ ਸਰੂਪ ਹੈ। ਜੋ ਮਹਾਤਮਾ ਜਨਾਂ ਦਾ ਨਾਮ ਹੈ, ਉਹੀ ਸਾਡਾ ਨਾਮ ਹੈ। ਆਓ ਸੰਤ ਜਨਾ ਬਲ ਜਾਓ। ਜੋ ਸੰਤਾਂ ਦਾ ਭਗਤੀ ਗਿਆਨ ਰੂਪੀ ਮਾਰਗ ਹੈ, ਉਹੀ ਸਾਡਾ ਮਾਰਗ ਹੈ। ਜੋ ਸੰਤਾਂ ਦਾ ਪ੍ਰਭੂ ਪ੍ਰਾਪਤੀ ਦਾ ਪ੍ਰਯੋਜਨ ਹੈ, ਉਹੀ ਸਾਡਾ ਪ੍ਰਯੋਜਨ ਹੈ। ਕਹਿ ਬੈਸੋ ਕਹਿ ਰਹੀਐ ਬਾਲੇ। ਫਿਰ ਸਿੱਧਾ ਨੇ ਹੋਰ ਪ੍ਰਸ਼ਨ ਕੀਤੇ, ਕਹਿ ਬਸੋ, ਤੁਸੀਂ ਕਿੱਥੇ ਬੈਠਦੇ ਹੋ। ਫਿਰ ਕਹਿ ਰਹੀ ਹੈ ਬਾਲੇ, ਇਹ ਬਾਲੇ, ਇਹ ਬਾਲਕ, ਕਿਉਂ
ਬਾਲਕ ਕਿਉਂ ਕਹਿ ਰਹੇ ਨੇ? ਕਿਉਂਕਿ ਸਾਰੇ ਸਿੱਧ ਲੰਮੇਰੀ ਉਮਰ ਵਾਲੇ ਸਨ। ਇਸ ਕਰਕੇ ਲੰਮੀ ਉਮਰ ਦੇ ਹੰਕਾਰ ਕਾਰਨ ਸਿੱਧਾਂ ਨੇ ਸਤਿਗੁਰੂ ਜੀ ਨੂੰ ਬਾਲਾ ਕਿਹਾ ਹੈ। ਕਹਿੰਦੇ ਹੇ ਬਾਲਕ, ਕਿਸ ਜਗ੍ਹਾ ਤੇ ਤੁਸੀਂ ਅਸਥਿਤ ਰਹਿੰਦੇ ਹੋ? ਤੇ ਅੱਗੇ ਫਰਮਾਉਂਦੇ ਹਨ, ਕਹਿ ਆਵਹੁ ਕਹ ਜਾਹੁ। ਕਿਸ ਜਗ੍ਹਾ ਤੋਂ ਤੁਸੀਂ ਆਏ ਹੋ ਤੇ ਕਿਸ ਜਗ੍ਹਾ ਤੇ ਤੁਸੀਂ ਜਾਵੋਗੇ? ਨਾਨਕ ਬੋਲੇ ਸੁਣ ਬੈਰਾਗੀ। ਇਹ 4 ਪ੍ਰਸ਼ਨ ਨੇ। 5ਵਾਂ ਪ੍ਰਸ਼ਨ ਸਤਿਗੁਰੂ ਜੀ ਕਥਨ ਕਰਦੇ ਨੇ। ਫਿਰ ਇੱਕ ਸਿੱਧ ਬੋਲਿਆ, ਨਾਨਕ ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਬੋਲਿਆ ਕਿ ਹੇ ਵੈਰਾਗੀ। ਸਤਿਗੁਰੂ ਜੀ ਨੂੰ ਸਿੱਧਾਂ ਨੇ ਵੈਰਾਗੀ ਇਸ ਕਰਕੇ ਕਿਹਾ ਸੀ ਕਿਉਂਕਿ ਸਤਿਗੁਰੂ ਜੀ ਮਾਤ ਲੋਕ ਨੂੰ ਤਿਆਗ ਕੇ ਸਮੇਰ ਪਰਬਤ ਉੱਤੇ ਗਏ ਸੀ ਤੇ ਲਿਬਾਸ ਵੀ ਉਹੋ ਜਿਹਾ ਹੀ ਸੀ। ਇਸ ਲਈ ਕਹਿੰਦੇ ਹੇ ਵੈਰਾਗਮਨ ਤਪਾ ਜੀ ਸੁਣਨਾ ਕਰੋ। ਮਹਾਰਾਜ ਫਰਮਾਉਂਦੇ ਨੇ, ਕਿਆ ਤੁਮਾਰਾ ਰਹੋ। ਉਹਨਾਂ ਆਖਿਆ ਕਿ ਤੇਰਾ ਰਸਤਾ ਕਿਹੜਾ ਹੈ? ਘਟ ਘਟ ਬੈਸ ਨਿਰੰਤਰ ਰਹੀਐ। ਸੋ ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਪੰਕਤੀਆਂ ਇੱਕੋ ਵਾਰ ਪੜ੍ਹਦੇ ਹੋ। ਘਟ ਘਟ ਬੈਸ ਨਿਰੰਤਰ ਰਹੀਐ, ਚੱਲਹਿ ਸਤਿਗੁਰ ਪਾਏ। ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਫਿਰ ਨਾਰਾਇਣ, ਐਸੀ ਗੁਰਮਤਿ ਪਾਏ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਇਹ ਜਿਹੜੇ ਪਿੱਛੇ 5 ਪ੍ਰਸ਼ਨ ਕੀਤੇ ਨੇ, ਇਹਨਾਂ ਦਾ ਉੱਤਰ ਇਹਨਾਂ ਪੰਕਤੀਆਂ ਦੇ ਵਿੱਚ 98 ਰੀਤ ਅਨੁਸਾਰ ਹੈ। ਪਹਿਲਾ ਪ੍ਰਸ਼ਨ ਸੀ, ਗਹਿ ਬੈਸੋ, ਕਿਸ ਜਗ੍ਹਾ ਤੇ ਤੁਸੀਂ ਬੈਠਦੇ ਹੋ? ਤਾਂ ਇੱਥੇ ਤੀਸਰੀ ਪੰਕਤੀ ਵਿੱਚ ਬਚਨ ਹੈ, ਆਸਨ ਬੈਸਨ ਫਿਰ ਨਾਰਾਇਣ। ਇਹ ਸਿੱਧੋ, ਜਿਹੜਾ ਨਾਰਾਇਣ ਪਰਮੇਸ਼ਰ ਦੇ ਸਰੂਪ ਦੇ ਵਿੱਚ ਅਸਥਿਤ ਹੋਏ ਹਾਂ, ਅਸੀਂ ਇਹੀ ਆਸਨ ਲਗਾ ਕੇ ਬੈਠੇ ਹਾਂ, ਭਾਵ ਬਿਰਤੀ ਜੋੜ ਕੇ ਬੈਠੇ ਹਾਂ। ਐਸੀ ਗੁਰਮਤਿ ਪਾਏ, ਪਰ ਅਜਿਹੀ ਦਾਤ ਅਸੀਂ ਗੁਰਮਤਿ ਦੁਆਰਾ ਹੀ ਪਾਉਣਾ ਕੀਤੀ ਹੈ। ਦੂਜਾ ਪ੍ਰਸ਼ਨ ਸੀ, ਕਹਿ ਰਹੀ ਹੈ ਬਾਲੇ, ਤੁਸੀਂ ਕਿਸ ਜਗ੍ਹਾ ਤੇ ਅਸਥਿਤ ਰਹਿੰਦੇ ਹੋ? ਤਾਂ ਇਹਦਾ ਉੱਤਰ ਪਹਿਲੀ ਪੰਕਤੀ ਵਿੱਚ ਘਟ ਘਟ ਬੈਸ ਨਿਰੰਤਰ ਰਹੀ ਹੈ। ਜੋ ਪਰਮੇਸ਼ਰ ਘਟਾਂ ਘਟਾਂ ਵਿੱਚ ਇੱਕ ਰਸ ਬੈਠਾ ਅਸਥਿਤ ਹੈ, ਹਰ ਵਕਤ ਉਹਦੇ ਸਮਨਵੇ ਜੁੜੇ ਰਹਿੰਦੇ ਹਾਂ, ਜਾਂ ਘਟਾਂ ਘਟਾਂ ਵਿੱਚ ਬੈਠ ਕੇ ਨਾਮ ਦੇ ਵਿੱਚ ਇੱਕ ਰਸ ਜੁੜੇ ਰਹਿੰਦੇ ਆ। ਤੀਸਰਾ ਪ੍ਰਸ਼ਨ ਸੀ, ਕਹਿ ਆਵੋ, ਤੁਸੀਂ ਕਿਸ ਜਗ੍ਹਾ ਤੋਂ ਆਏ ਹੋ? ਤਾਂ ਮਹਾਰਾਜ ਕਹਿੰਦੇ ਸਹਿਜੇ ਆਏ। ਦੂਸਰੀ ਪੰਕਤੀ ਕਿ ਅਸੀਂ ਸੁਭਾਵਿਕ ਹੀ ਉਹਦੇ ਹੁਕਮ ਅਨੁਸਾਰ ਸੰਸਾਰ ਵਿੱਚ ਜੀਵਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣ ਵਾਸਤੇ ਆਏ ਆ, ਜਾਂ ਗਿਆਨ ਸਰੂਪ ਵਿੱਚੋਂ ਪੈਦਾ ਹੋ ਕੇ ਆਏ ਆ। ਤੇ ਚੌਥਾ ਪ੍ਰਸ਼ਨ ਸੀ, ਕਹਿ ਜਾਓ, ਤੁਸੀਂ ਕਿਸ ਜਗ੍ਹਾ ਤੇ ਜਾਓਗੇ? ਤਾਂ ਮਹਾਰਾਜ ਕਹਿੰਦੇ ਸਹਿਜੇ ਆਏ। ਸੋ ਤੇ ਸਿੱਧੀ ਵਾਹਿਗੁਰੂ ਦੇ ਹੁਕਮ ਅਨੁਸਾਰ ਆਏ ਆ ਤੇ ਹੁਕਮ ਸਿਧਾਏ। ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਚੱਲਦੇ ਜਾਂਦੇ ਆ। ਜਿੱਥੇ ਰੱਬ ਲੈ ਜਾਊ ਚਲੇ ਜਾਵਾਂਗੇ। ਸਾਨੂੰ ਤਾਂ ਪਤਾ ਨਹੀਂ ਕਿੱਥੇ ਜਾਣਾ ਹੈ, ਕਿਉਂਕਿ ਮਤਾ ਕਰੇ ਪਛਮ ਗਏ ਤਾਂ ਹੀ ਪੂਰਬ ਹੀ ਲੈ ਜਾ। ਆਪਦੇ ਆਪ ਤਾਂ ਮਤਾ ਬੰਦਾ ਪਛੋਂ ਦੇ ਹਿਸਾਬ ਨਾਲ ਕਰਦਾ ਕਿ ਮੈਂ ਆ ਯੂਰਪ ਕੰਟਰੀਆਂ ਇੰਗਲੈਂਡ ਆਦਿ ਘੁੰਮਣਾ, ਤੇ ਰੱਬ ਦਾ ਕੀ ਪਤਾ ਵੀ ਉਹ ਪੂਰਬਲੇ ਪਾਸੇ ਇੱਧਰਲੇ ਪਾਸੇ ਨੂੰ ਲੈ ਜਾਏ। ਅੱਜ ਇੱਧਰ ਪਟਨਾ ਸਾਹਿਬ ਵਾਲਾ ਪੂਰਬਲਾ ਇਲਾਕਾ ਹੈ, ਤਾਂ ਇੰਜ ਉਹਦੇ ਹੁਕਮ ਦੇ ਅਨੁਸਾਰ ਹੀ ਅਸੀਂ ਜਾਵਾਂਗੇ। ਫਿਰ ਕਹਿੰਦੇ ਜੀ ਤੁਸੀਂ ਮੱਧ ਕਾਲ ਵਿੱਚ ਕਿੱਥੇ ਰਹਿੰਦੇ ਹੋ? ਹੁਣ ਤਾਂ ਕਿਤੇ ਹੋਵੋਗੇ। ਤਾਂ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਸਦਾ ਰਜਾਈ।
ਕਿ ਅਸੀਂ ਮੱਧ ਕਾਲ ਵਿੱਚ ਹਮੇਸ਼ਾ ਉਸ ਦੀ ਆਗਿਆ ਵਿੱਚ ਰਹਿੰਦੇ ਹਾਂ। ਜਿੱਥੇ ਰੱਖੈ ਬੈਕੁੰਠ ਥਾਈ, ਜਹ ਬੈਸਾਲਹ ਤੈ ਬੈਸਾਂ ਭਾਈ, ਜਹ ਭੇਜੇ ਤੈ ਜਾਵਾਂ। ਜਿੱਥੇ ਹੀ ਮੇਰੇ ਭਰਾਵੋ ਰੱਬ ਸਾਨੂੰ ਬਿਠਾਉਂਦਾ ਹੈ ਉੱਥੇ ਬੈਠ ਜਾਂਦੇ ਆ। ਜਿੱਥੇ ਸਾਨੂੰ ਕਹਿੰਦਾ ਕਿ ਉੱਠ ਕੇ ਤੁਰ ਜਾਓ, ਅਸੀਂ ਉੱਥੇ ਤੁਰ ਜਾਂਦੇ ਆ। ਇਸ ਲਈ ਸਾਡੇ ਵੱਸ ਵਿੱਚ ਕੁਛ ਨਹੀਂ ਹੈ। ਖਿਆਲ ਕਰਨਾ, ਅਸੀਂ ਆਮ ਲੋਕ ਆਪਦੀ ਮਰਜ਼ੀ ਅਨੁਸਾਰ ਹੀ ਉੱਠਦੇ ਆ, ਬੈਠਦੇ ਆ, ਕਿਤੇ ਜਾਂਦੇ ਆ। ਪਰ ਜੋ ਰੱਬ ਦੇ ਪਿਆਰ ਵਾਲੇ ਸੰਤ ਮਹਾਂਪੁਰਖ ਹੁੰਦੇ ਨੇ, ਉਹ ਵਾਹਿਗੁਰੂ ਦੀ ਆਗਿਆ ਦੇ ਅਨੁਸਾਰ ਹੀ ਚੱਲਦੇ ਨੇ। ਜਿਵੇਂ ਪ੍ਰਮਾਤਮਾ ਆਗਿਆ ਕਰਦਾ ਤਿਵੇਂ ਉਹ ਸੋ ਚੱਲਦੇ ਨੇ, ਬੈਠਦੇ ਨੇ, ਉੱਠਦੇ ਨੇ, ਹੁਕਮ ਦੇ ਵਿੱਚ ਰਹਿੰਦੇ ਹਨ। ਇਉਂ ਇਹ ਮਹਾਰਾਜ ਅਸੀਂ ਆਪ ਦੀ ਆਗਿਆ ਦੇ ਵਿੱਚ ਰਹਿੰਦੇ ਆ। ਫਿਰ ਪੰਜਵਾਂ ਪ੍ਰਸ਼ਨ ਸੀ, ਤੁਹਾਡਾ ਰਸਤਾ ਕਿਹੜਾ ਹੈ? ਪਾਤਸ਼ਾਹ ਕਹਿੰਦੇ ਚੱਲੈ ਸਤਿਗੁਰੂ ਭਾਏ। ਪਹਿਲੀ ਪੰਕਤੀ ਵਾਲੀ ਅੱਧੀ ਪੰਕਤੀ, ਚੱਲੈ ਸਤਿਗੁਰੂ ਭਾਏ। ਪਹਿਲੀ ਪੰਕਤੀ ਆਰੰਭ ਹੁੰਦੀ ਹੈ, ਘਾਟ ਘਾਟ ਬੈਸ ਨਿਰੰਤਰ ਰਹੀ ਹੈ ਕਿ ਅਸੀਂ ਸੋ ਘਾਟਾਂ ਘਾਟਾਂ ਦੇ ਵਿੱਚ ਇੱਕ ਰਸ ਜਿਹੜਾ ਬੈਠਾ ਸਥਿਤ ਹੈ, ਹਰ ਵਕਤ ਉਹਦੇ ਸਿਮਰਨ ਜੁੜੇ ਰਹਿੰਦੇ ਆ। ਤੇ ਚੱਲੈ ਸਤਿਗੁਰੂ ਭਾਏ, ਜੋ ਸਤਿਗੁਰੂ ਅਕਾਲ ਪੁਰਖ ਦੇ ਅਨੁਸਾਰ ਹੋ ਕੇ ਆਪਾਂ ਚੱਲਦੇ ਹਾਂ, ਇਹੀ ਸਾਡਾ ਮਾਰਗ ਹੈ। ਇਸ ਤੋਂ ਅਗਲੀ ਤੁਕ ਵਿੱਚ ਸਤਿਗੁਰੂ ਜੀ ਗੁਰਮੁਖ ਦਾ ਸਿਧਾਂਤ ਕਥਨ ਕਰਦੇ ਹਨ। ਗੁਰਮੁਖ ਬੂਝੈ ਆਪ ਪਛਾਣੈ, ਜਿਹੜੇ ਗੁਰਮੁਖ ਅਧਿਕਾਰੀ ਬਣ ਗਏ, ਗੁਰਾਂ ਤੋਂ ਸੱਚ ਸਰੂਪ ਬਾਰੇ ਸਮਝਦੇ ਨੇ, ਉਹ ਆਪਣੇ ਸਰੂਪ ਨੂੰ ਗੁਰਾਂ ਦੁਆਰਾ ਪਹਿਚਾਨ ਲੈਂਦੇ ਹਨ। ਸੱਚੇ ਸੱਚ ਸਮਾਏ, ਅਤੇ ਇਹ ਸੱਚੇ ਪਰਮੇਸ਼ਰ ਵਿੱਚ ਸੱਚ ਨਿਸ਼ਚੈ ਕਰਕੇ ਸਮਾ ਗਏ, ਅਭੇਦ ਹੋ ਜਾਂਦੇ ਹਨ। ਇਸੇ ਪੰਕਤੀ ਨੂੰ ਪ੍ਰਸ਼ਨ ਉੱਤਰ ਦੇ ਢੰਗ ਨਾਲ ਇਸ ਤਰ੍ਹਾਂ ਵੀ ਗਿਆਨੀ ਸੰਗਰਥ ਲਗਾਉਂਦੇ ਨੇ। ਮਹਾਰਾਜ ਫਰਮਾਉਂਦੇ ਹਨ, ਗੁਰਮੁਖ ਬੂਝੈ ਆਪ ਪਛਾਣੈ। ਜੀਵ ਆਪਣੇ ਸਰੂਪ ਨੂੰ ਕਿਵੇਂ ਪਹਿਚਾਣੇ? ਕਹਿੰਦੇ ਗੁਰਮੁਖ ਬੂਝੈ, ਜੋ ਮੁਖੀ ਗੁਰਾਂ ਤੋਂ ਸਮਝ ਕੇ ਸੱਚੇ ਸੱਚ ਸਮਾਏ, ਸੱਚ ਨਿਸ਼ਚੈ ਕਰਕੇ ਸੱਚੇ ਨਾਮ ਜਪਣ ਵਿੱਚ ਸਮਾ ਜਾਏ, ਤਾਂ ਜੀਵ ਆਪਣੇ ਸਰੂਪ ਨੂੰ ਪਹਿਚਾਣ ਸਕਦਾ ਹੈ। ਦੁਨੀਆ ਸਾਗਰਾ ਦੁੱਤਰ ਕਹੀਐ। ਫਿਰ ਚਰਪੜਨਾਥ ਸਿੱਧ ਬੋਲਿਆ। ਇਹ ਸਿੱਧ ਬਹੁਤ ਗੁਰਮੁਖ ਸੁਭਾਅ ਵਾਲਾ ਤੇ ਸ਼ਰਧਾਲੂ ਸੀਗਾ। ਇਹ ਚਰਪੜਨਾਥ ਬੋਲਿਆ ਕਿ ਮਹਾਰਾਜ, ਸੰਸਾਰ ਰੂਪੀ ਸਮੁੰਦਰ ਤੋਂ ਤਰਨਾ ਬੜਾ ਕਠਿਨ ਆਖੀਦਾ ਹੈ। ਕਿਉ ਕਰ ਪਾਈਐ ਪਾਰੋ, ਪਾਰ ਮੁਕਤੀ ਰੂਪ ਕਿਨਾਰੇ ਨੂੰ ਕਿਵੇਂ ਕਰਕੇ ਪਾਉਣਾ ਕਰੀਦਾ। ਚਰਪਟ ਬੋਲੇ ਅਵਧੂ ਨਾਨਕ। ਚਰਪੜਨਾਥ ਸਿੱਧੇ ਵਚਨ ਬੋਲਿਆ ਕਿ ਹੇ ਅਵਧੂ ਅਵਧੂਤ ਸ਼ੁੱਧ ਵਿਰਕਤ ਗੁਰੂ ਨਾਨਕ ਸਾਹਿਬ ਜੀ, ਇਹੋ ਸੱਚਾ ਵਿਚਾਰੋ, ਮੇਰੇ ਤਾਈਂ ਸੱਚਾ ਵਿਚਾਰ ਬਖਸ਼ ਦੇਣਾ ਕਰੋ ਜੀ। ਮੈਨੂੰ ਸਹੀ ਰਸਤਾ ਦੱਸੋ, ਜਿਸ ਦੇ ਨਾਲ ਕਿ ਅਸੀਂ ਸੰਸਾਰ ਸਮੁੰਦਰ ਤੋਂ ਜਿਹੜਾ ਤਰਨਾ ਬੜਾ ਔਖਾ, ਉਹਦੇ ਤੋਂ ਸੌਖਾ ਹੀ ਤਰ ਜਾਈਏ। ਆਪੇ ਆਖੈ ਆਪੇ ਸਮਝੈ। ਇਹ ਚਰਪੜਨਾਥ ਨੂੰ ਤਦ ਬੇਤਾ ਜਾਣ ਕੇ ਤੇ ਉਹਦੇ ਪ੍ਰੇਮ ਦੇ ਕਰਨੀ ਨੂੰ ਵੇਖ ਕੇ ਸਤਿਗੁਰੂ ਜੀ ਸਤਿਕਾਰ ਕਰਦਿਆਂ ਕਥਨ ਕਰਦੇ ਨੇ, ਹੇ ਚਰਪੜਨਾਥ ਆਪੇ ਆਖੈ। ਜੋ ਪੁਰਖ ਆਪ ਹੀ ਪ੍ਰਸ਼ਨ ਆਖਣ ਵਾਲਾ ਹੋਵੇ ਤੇ ਆਪੇ ਸਮਝੇ, ਤੇ ਆਪ ਹੀ ਆਪਣੇ ਕਹੇ ਬਚਨਾਂ ਨੂੰ ਸਮਝਣ ਵਾਲਾ ਹੋਵੇ, ਜਾਂ ਆਪ ਹੀ ਉੱਤਰ ਨੂੰ ਸਮਝਦਾ ਜਾਣਦਾ ਹੋਵੇ, ਤਿਸ ਕਿਆ ਉੱਤਰ ਦੀਜੈ। ਇਸ ਪੁਰਖ ਨੂੰ ਹੋਰ ਕੀ ਉੱਤਰ ਦੇਣਾ ਹੈ। ਭਾਵ ਚਰਪੜਨਾਥ ਜੀ, ਜੋ ਤੁਸੀਂ ਪ੍ਰਸ਼ਨ ਕੀਤਾ ਹੈ,
ਉਸ ਦਾ ਤੁਸੀਂ ਆਪ ਹੀ ਉੱਤਰ ਜਾਣਦੇ ਹੋ। ਇਸ ਲਈ ਫਿਰ ਅਸੀਂ ਤੁਹਾਨੂੰ ਕੀ ਉੱਤਰ ਦੇਣਾ ਕਰੀਏ। ਸਾਚ ਕਹੋ ਤੁਮ ਪਾਰ ਗ੍ਰਾਮੀ। ਇਹ ਚਰਪਟਨਾਥ ਅਸੀਂ ਸੱਚੇ ਬਚਨ ਕਹਿੰਦੇ ਹਾਂ ਕਿ ਤੁਸੀਂ ਤਾਂ ਧਰਤੀ ਪਰ ਤਰਤਾ ਮੈਰਾਗ ਸਦਕਾ ਗ੍ਰਾਮੀ ਸਮੂਹ ਸੰਸਾਰ ਤੋਂ ਪਾਰ ਹੋ ਗਏ ਹੋ। ਤੁਝ ਕਿਆ ਬੈਸਣ ਦੀਜੈ। ਇਸ ਲਈ ਤੁਹਾਨੂੰ ਕੀ ਉੱਤਰ ਦੇਣਾ ਕਰੀਏ। ਬੈਸਣ ਦਾ ਅਰਥ ਉੱਤਰ ਇਸ ਲਈ ਕੀਤਾ ਕਿ ਉੱਤਰ ਸੁਣ ਕੇ ਪ੍ਰਸ਼ਨ ਕਰਨ ਵਾਲਾ ਪੁਰਖ ਚੁੱਪ ਕਰਕੇ ਬੈਠ ਜਾਂਦਾ ਹੈ। ਫਿਰ ਚਰਪਟਨਾਥ ਕਹਿਣ ਲੱਗਾ ਕਿ ਭਾਵੇਂ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ, ਪਰੰਤੂ ਫਿਰ ਵੀ ਮੈਂ ਤੁਹਾਡੇ ਪਵਿੱਤਰ ਮੁਖੜੇ ਤੋਂ ਪ੍ਰੇਮ ਬਾਰੇ ਬਚਨ ਸੁਣਨਾ ਚਾਹੁੰਦਾ ਹਾਂ। ਇਸ ਲਈ ਹੇ ਤਪਾ ਨਾਨਕ ਜੀ, ਮੇਰੇ ਪ੍ਰਸ਼ਨ ਦਾ ਉੱਤਰ ਜ਼ਰੂਰ ਦੇਣਾ ਕਰੋ। ਆਪ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸਣਾ ਕਰੋ। ਦੁਨੀਆ ਸਾਗਰ ਦੁੱਤਰ ਕਹੀਐ। ਜੋ ਦੁਨੀਆ ਸੰਸਾਰ ਸਮੁੰਦਰ ਤੋਂ ਤਰਨਾ ਬੜਾ ਕਠਿਨ ਕਹੀਦਾ ਹੈ, ਇਸ ਤੋਂ ਪਾਰ ਕਿਵੇਂ ਪੈਣਾ ਕਰੀਏ। ਤਾਂ ਮਹਾਰਾਜ ਉੱਤਰ ਬਖਸ਼ਦੇ ਨੇ। ਜੈਸੇ ਜਲ ਮਹਿ ਕਮਲ ਨਿਰਾਲਮ। ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਐ ਭਾਰੋ, ਕਿਵੇਂ ਪਾਰ ਪਈਏ ਜੀ। ਤਾਂ ਮਹਾਰਾਜ ਪਹਿਲੇ ਅਰਥ ਵਿੱਚ ਬਖਸ਼ਿਸ਼ ਕਰਦੇ ਨੇ, ਜੈਸੇ ਜਲ ਮਹਿ ਕਮਲ ਨਿਰਾਲਮ। ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਭਾਵੇਂ ਚਿੱਕੜ ਦੇ ਵਿੱਚ ਪੈਦਾ ਹੁੰਦਾ, ਪਰ ਉਹ ਚਿੱਕੜ ਤੋਂ ਅਸੰਗ ਰਹਿੰਦਾ ਹੈ। ਉਹਦੀਆਂ ਪੰਖੜੀਆਂ ਚਿਕਨਾਈ ਵਾਲੀਆਂ ਹੁੰਦੀਆਂ ਨੇ। ਪਹਿਲੀ ਗੱਲ ਤਾਂ ਉਹਨੂੰ ਚਿੱਕੜ ਲੱਗਦਾ ਨਹੀਂ। ਜੇ ਕੋਈ ਮਾੜਾ ਮੋਟਾ ਗੰਦੇ ਪਾਣੀ ਦਾ ਤੁਪਕਾ ਡਿੱਗ ਵੀ ਪਵੇ ਤਾਂ ਤਿਲਕ ਕੇ ਥੱਲੇ ਹੋ ਜਾਂਦਾ। ਇੰਜ ਜਿਵੇਂ ਕਮਲ ਦਾ ਫੁੱਲ ਚਿੱਕੜ 'ਚ ਰਹਿੰਦਾ, ਸੰਗ ਰਹਿੰਦਾ ਹੈ। ਮੁਰਗਾਈ ਨ ਸਾਣੇ। ਅਤੇ ਇੱਕ ਮੁਰਗਾਬੀ ਜੀਵ ਹੈ ਜਿਹੜਾ ਆਕਾਸ਼ ਵਿੱਚ ਵੀ ਉੱਡਦਾ ਹੈ ਤੇ ਪਾਣੀ ਵਿੱਚ ਵੀ ਤੈਰਦਾ ਹੈ। ਉਹਦੀਆਂ ਪੰਖੜੀਆਂ ਵਿੱਚ ਪਰਮਾਤਮਾ ਨੇ ਐਸੀ ਚਿਕਨਾਈ ਭਰੀ ਹੈ ਕਿ ਜਿਹੜਾ ਪਾਣੀ ਦੀ ਬੂੰਦ ਦਾ ਕਤਰਾ ਉਹ ਤਿਲਕ ਕੇ ਪਰੇ ਹੋ ਜਾਂਦਾ। ਜਿਵੇਂ ਨਦੀ ਦੇ ਸਾਣੇ ਸਾਹਮਣੇ ਮੁਰਗਾਬੀ ਅਸੰਗ ਰਹਿੰਦੀ ਹੈ, ਜਾਂ ਜਿਵੇਂ ਮੁਰਗਾਬੀ ਦੀ ਨਿਸ਼ਾਨੀ ਹੈ ਕਿ ਪਾਣੀ ਵਿੱਚ ਨਿਰਲੇਪ ਰਹਿੰਦੀ ਹੈ, ਭਾਵ ਮੁਰਗਾਬੀ ਦੇ ਖੰਭ ਨਹੀਂ ਭਿੱਜਦੇ। ਸਤਿਗੁਰੂ ਮਹਾਰਾਜ ਕਥਨ ਕਰਦੇ ਹਨ, ਉਸੇ ਤਰ੍ਹਾਂ ਸੰਸਾਰ ਦੇ ਵਿੱਚ ਵਸਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਰਹਿ ਕੇ ਸੁਰਤ ਸ਼ਬਦ ਭਵ ਸਾਗਰ ਤਰੀਐ। ਸਤਿਗੁਰੂ ਜੀ ਕਹਿੰਦੇ ਗੁਰ ਉਪਦੇਸ਼ ਵਿੱਚ ਧਿਆਨ ਦੀ ਸੁਰਤ ਬਿਰਤ ਜੋੜ ਕੇ ਨਾਮ ਨੂੰ ਵਖਾਣੀ ਕਥਨ ਕਰਕੇ ਜਪ ਕੇ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਨਾਨਕ ਨਾਮ ਵਖਾਣੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ ਤਾਂ ਤਰ ਸਕਦਾ। ਇਸੇ ਪ੍ਰਕਾਰ ਸੁਰਤ ਸ਼ਬਦ ਭਵ ਸਾਗਰ ਤਰੀਐ। ਮਹਾਰਾਜ ਫਰਮਾਉਂਦੇ ਹਨ, ਜੈਸੇ ਜਲ ਮੈਂ ਕਮਲ ਨਿਰਾਲਮ। ਜਿਵੇਂ ਪਾਣੀ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ, ਉਸੇ ਤਰ੍ਹਾਂ ਪਦਾਰਥਾਂ ਰੂਪੀ ਪਾਣੀ ਦੇ ਵਿੱਚ ਕਮਲ ਦੀ ਤਰ੍ਹਾਂ ਨਿਰਲੇਪ ਰਹਿਣਾ ਕਰੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਮੁਰਗਾਈ ਨ ਸਾਣੇ। ਜਿਵੇਂ ਮੁਰਗਾਬੀ ਨਦੀ ਦੇ ਸਾਹਮਣੇ, ਭਾਵ ਜਿੱਧਰੋਂ ਨਦੀ ਦਾ ਪਾਣੀ ਆਉਂਦਾ ਉਧਰ ਨੂੰ ਪਾਣੀ ਚੀਰਦੀ ਜਾਂਦੀ ਹੈ, ਇਸੇ ਪ੍ਰਕਾਰ ਜਗਿਆਸੂ ਰੂਪ ਮੁਰਗਾਬੀ ਨਦੀ ਭਾਵ ਈਸ਼ਰ ਦੇ ਵੱਲ ਨੂੰ ਪਦਾਰਥਾਂ ਰੂਪੀ ਪਾਣੀ ਨੂੰ ਚੀਰਦੀ ਹੋਈ ਜਾਏ। ਇਸੇ ਪ੍ਰਕਾਰ ਜੈਸ ਜਲ ਮਹਿ ਕਮਲ ਨਿਰਾਲਮ। ਮੁਰਗਾਈ ਨ ਸਾਣੇ। ਜਿਵੇਂ ਮੁਰਗਾਬੀ ਦੀ ਨਿਸ਼ਾਨੀ ਹੈ ਕਿ ਪਾਣੀ 'ਚ ਨਿਰਲੇਪ ਭਾਵ ਆਪਣੇ ਖੰਭ ਨਹੀਂ ਭਿੰਜਣ ਦਿੰਦੀ, ਉਸੇ ਤਰ੍ਹਾਂ ਜਗਿਆਸੂ ਰੂਪ ਮੁਰਗਾਬੀ ਦੀ ਨਿਸ਼ਾਨੀ ਹੈ
ਕਿ ਉਹ ਆਪਣੇ ਅੰਤःਕਰਨ ਦੇ ਸੰਕਲਪ ਵਿਕਲਪ ਰੂਪ ਵੈਰਾਗ ਵਿਵੇਕ ਰੂਪੀ ਖੰਭ ਪਦਾਰਥਾਂ ਰੂਪੀ ਪਾਣੀ 'ਚ ਨਹੀਂ ਭਿੱਜਣ ਦਿੰਦੇ। ਭਾਵ ਪਦਾਰਥਾਂ ਦੇ ਬਲ ਕਰਕੇ ਵੈਰਾਗ ਤੇ ਵਿਵੇਕ ਦਾ ਅਭਾਵ ਨਹੀਂ ਹੁੰਦਾ। ਸੁਰਤ ਸ਼ਬਦ ਭਵ ਸਾਗਰ ਤਰੀਐ, ਸਤਿਗੁਰੂ ਜੀ ਕਥਨ ਕਰਦੇ ਹਨ, ਨਾਨਕ ਨਾਮ ਵਖਾਣੇ। ਇਹ ਚਰਪਟਨਾਥ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਕਥਨ ਕਰਨੇ ਕਰਕੇ ਅਤੇ ਗੁਰ ਸ਼ਬਦ ਜਾਂ ਬ੍ਰਹਮ ਦੇ ਸੁਰਤ ਨੂੰ ਟਿਕਾਉਣੇ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਕਰੀਦਾ ਹੈ। ਰਹਿ ਇਕਾਂਤ ਏਕੋ ਮਨ ਵਸਿਆ, ਜਿਹੜਾ ਇਕਾਂਤ ਵਿੱਚ ਰਹਿ ਕੇ ਇੱਕੋ ਪਰਮੇਸ਼ਰ ਨੂੰ ਹੀ ਮਨ ਹਿਰਦੇ 'ਚ ਵਸਿਆ ਹੋਇਆ ਨਿਸ਼ਚੈ ਕਰਦਾ ਹੈ। ਆਸਾ ਮਹਿ ਨਿਰਾਸੋ, ਅਤੇ ਆਸਾ ਰੂਪੀ ਜਗਤ ਵਿੱਚ ਆਸਾਹੀਨ ਨਿਰਾਸ਼ ਹੋ ਕੇ ਅਲੱਗ ਰਹਿੰਦਾ ਹੈ। ਅਗਮ ਅਗੋਚਰ ਦੇਖ ਦਿਖਾਏ, ਜੋ ਮਨ ਦੀ ਗਮਤਾ ਤੋਂ ਰਹਿਤ ਇੰਦਰੀਆਂ ਦੀ ਅਵਿਸ਼ੇ ਪਰਮੇਸ਼ਰ ਦੇ ਸਰੂਪ ਨੂੰ ਆਪ ਪ੍ਰੋਖ ਪ੍ਰੋ ਗਿਆਨ ਰੂਪੀ ਨੇਤਰਾਂ ਨਾਲ ਵੇਖ ਕੇ ਹੋਰ ਨਾ ਤਾਈਵੀਂ ਦਿਖਾਉਣਾ ਕਰੇ। ਨਾਨਕ ਤਾਂ ਕਾ ਦੱਸੋ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਮੈਂ ਜਾਣਦਾ ਉਸ ਵਾਹਿਗੁਰੂ ਦਾ ਦਾਸ ਸੇਵਕ ਹਾਂ, ਜਾਂ ਹੇ ਚਰਪਟਨਾਥ ਤੂੰ ਉਸ ਵਾਹਿਗੁਰੂ ਦਾ ਸੇਵਕ ਬਣਨਾ ਕਰ। ਇਸੇ ਪ੍ਰਕਾਰ ਰਹਿ ਕਾਂਤ ਏਕੋ ਮਨ ਵਸਿਆ। ਇਹ ਤਪਾ ਜੀ ਇਕਾਂਤ ਵਿੱਚ ਦੱਸੋ ਕਿਵੇਂ ਰਹੀਏ। ਮਹਾਰਾਜ ਕਹਿੰਦੇ ਆਸਾ ਮਾਹੀ ਨਿਰਾਸੋ, ਇੱਕੋ ਮਨ ਵਸਿਆ। ਜੇ ਇੱਕ ਮਨ ਦੇ ਵਿੱਚ ਵਸ ਜਾਏ ਤਾਂ ਫਿਰ ਆਸਾ ਰੂਪੀ ਜਗਤ 'ਚ ਨਿਰਾਸ਼ਾ ਹੋ ਕੇ ਇੱਕ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਉਣ ਦਾ ਨਾਮ ਹੀ ਇਕਾਂਤ 'ਚ ਰਹਿਣਾ। ਜ਼ਰੂਰੀ ਨਹੀਂ ਵੀ ਬੰਦਾ ਇਕੱਲਾ ਬੈਠਾ ਰਹੇ, ਸਾਰੇ 'ਚ ਬੈਠਾ ਵੀ ਇਕਾਂਤ ਰਹਿ ਸਕਦਾ। ਜੇ ਉਹਦਾ ਮਨ ਜਗਤ ਦੀ ਆਸਾ ਤੋਂ ਨਿਰਾਸ਼ ਹੈ ਤੇ ਵਾਹਿਗੁਰੂ ਵਾਹਿਗੁਰੂ ਵਿੱਚ ਟਿਕਿਆ ਹੋਇਆ ਹੈ। ਆਸਾ ਮਹਿ ਨਿਰਾਸੋ, ਜੇ ਆਸਾ ਇਕੱਲੇ ਬੈਠਿਆਂ ਵੀ ਆਸਾ ਕਰ ਰਿਹਾ ਹੈ ਕਿ ਮੈਨੂੰ ਆਹ ਮਿਲੇਗਾ ਉਹ ਮਿਲੇਗਾ, ਫਿਰ ਇਕਾਂਤ ਕਾਹਦੀ ਆ। ਸਗੋਂ ਸਗੋਂ ਇਨਸਾਨ ਆਪਦੇ ਬੱਚਿਆਂ 'ਚ ਬੈਠ ਕੇ ਨਿਤਨੇਮ ਕਰੇ ਤਾਂ ਮਨ ਜਲਦੀ ਇਕਾਗਰ ਹੁੰਦਾ। ਤਾਂ ਇਸ ਲਈ ਮਨ ਟਿਕਾਉਣ ਦਾ ਇਹੀ ਸਭ ਤੋਂ ਉੱਤਮ ਸਾਧਨ ਹੈ ਵੀ ਸੰਗਤ ਦੇ ਵਿੱਚ ਬੈਠੇ, ਜਿਸ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਅਗਮ ਅਗੋਚਰ ਦੇਖ ਦਿਖਾਏ, ਜੋ ਸਤਿਗੁਰੂ ਅਗਮ ਗੋਚਰ ਪਰਮੇਸ਼ਰ ਦੇ ਸਰੂਪ ਨੂੰ ਆਪ ਵੇਖਦਾ, ਹੋਰਨਾਂ ਅਧਿਕਾਰੀ ਸਿੱਖਾਂ ਨੂੰ ਦਿਖਾਉਂਦਾ ਹੈ। ਨਾਨਕ ਤਾਂ ਕਾ ਦੱਸੋ, ਮਾਰੇ ਕਹਿੰਦੇ ਉਹਨਾਂ ਗੁਰਾਂ ਦਾ ਸੇਵਕ ਬਣੇ, ਜਾਂ ਜੋ ਸਤਿਗੁਰਾਂ ਦੀ ਆਗਿਆ ਤੇ ਚੱਲਦਾ ਉਹਦਾ ਸੇਵਕ ਬਣੇ, ਤਾਂ ਹੀ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ। ਜਾਂ ਅਗਮ ਗੋਚਰ ਦੇਖ ਦਿਖਾਏ ਨਾਨਕ ਦਾਖਾ ਦਾਸੋ, ਗਮਤਾ ਤੋਂ ਰਹਿਤ ਇੰਦਰੀਆਂ ਦੀ ਅਵਿਸ਼ੇ ਪਰਮੇਸ਼ਰ ਨੂੰ ਜੋ ਆਪ ਵੇਖਦਾ, ਹੋਰਨਾਂ ਅਧਿਕਾਰੀਆਂ ਦੇ ਹਿਰਦੇ 'ਚ ਪ੍ਰਗਟ ਕਰਕੇ ਦਿਖਾਉਂਦਾ, ਉਹਦਾ ਆਚਾਰ ਦੱਸੋ ਕਿਸ ਤਰ੍ਹਾਂ ਦਾ ਹੈ। ਕਹਿੰਦੇ ਰਹੇ ਕਾਂ ਦੇਖੋ ਮਨ ਵਸਿਆ, ਆਸਾ ਮਾਹੀ ਨਿਰਾਸੋ। ਉਹ ਆਸਾ ਰੂਪੀ ਸੰਸਾਰ 'ਚ ਨਿਰਾਸ਼ਾ ਰਹਿੰਦਾ, ਇਕਾਂਤ 'ਚ ਰਹਿੰਦਾ ਤੇ ਉਹਦੇ ਮਨ ਵਿੱਚ ਇੱਕ ਪਰਮੇਸ਼ਰ ਦਾ ਨਾਮ ਵਸਿਆ ਰਹਿੰਦਾ ਹੈ। ਇਹ 5 ਪੌੜੀਆਂ ਤੱਕ ਗੁਰੂ ਸਾਹਿਬ ਦੀ ਸਿੱਧਾ ਨਾਲ ਚਰਚਾ ਹੋਈ। ਸੋ ਭੁੱਲਾਂ ਚੁੱਕਾਂ ਕਿਰਪਾ ਕਰਕੇ ਮਾਫ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੇ। ਰਹਿ ਕਾਂਤ ਏਕੋ ਮਨ ਵਸਿਆ, ਆਸਾ ਮਹਿ ਨਿਰਾਸੋ। ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾ ਕਾ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।